ਹੱਥ ਜੋੜ ਕੇ ਤੇ ਚਰਨੀ ਸੀਸ ਨਿਵਾ ਕੇ ਬੰਦਨਾ ਮੈਂ ਗੁਰਾਂ ਨੂੰ ਕਰਾਂ। ਹੱਥ ਜੋੜ ਕੇ ਤੇ ਚਰਨੀ ਸੀਸ ਨਿਵਾ ਕੇ ਬੰਦਨਾ ਮੈਂ ਗੁਰਾਂ ਨੂੰ ਕਰਾਂ। ਡੰਡੋਤ ਬੰਦਨ ਅਨਕ ਵਾਰ ਸਰਬ ਕਲਾ ਸਮਰਥ
ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ। ਵੱਡਾ ਭਾਗ ਭੇਟੈ ਗੁਰਦੇਵਾ ਕੋਟ ਪਰਾਦ ਮਿਟੇ ਹਰ ਸੇਵਾ। ਜੀ ਮੈਂ ਤੇਰਾ ਹੀ ਬੁਲਾਇਆ ਸਤਿਗੁਰ ਬੋਲਦਾ। ਮੇਰੇ ਵਿੱਚ ਕੋਈ ਗੁਣ ਨਾ। ਜੀ ਮੈਂ ਤੇਰਾ ਹੀ ਬੁਲਾਇਆ ਸਤਿਗੁਰ ਬੋਲਦਾ। ਮੇਰੇ ਵਿੱਚ ਕੋਈ ਗੁਣ ਨਾ। ਤੇਰਾ ਇਹ ਬੁਲਾਇਆ ਜ਼ਰੂਰ ਬੋਲਦਾ। ਮੇਰੇ ਵਿੱਚ ਕੋਈ ਗੁਣ ਨਾ। ਤੇਰਾ ਹੀ ਬੁਲਾਇਆ ਜ਼ਰੂਰ ਬੋਲਦਾ। ਮੇਰੇ ਵਿੱਚ ਕੋਈ ਗੁਣ ਨਾ। ਜੀ ਮੈਂ ਮੇਰੇ ਵਿੱਚ ਜੀ ਕੋਈ ਗੁਣ ਨਾ। ਮੇਰੇ ਵਿੱਚ ਜੀ ਕੋਈ ਗੁਣ ਨਾ। ਤੇਰਾ ਹੀ ਬੁਲਾਇਆ ਦੁਰ ਬੋਲਦਾ। ਮੇਰੇ ਵਿੱਚ ਕੋਈ ਗੁਣ ਨਾ। ਤੇਰਾ ਹੀ ਬੁਲਾਇਆ ਸਤਿਗੁਰ ਬੋਲਦਾ। ਮੇਰੇ ਵਿੱਚ ਕੋਈ ਗੁਣ ਨਾ। ज्यों बुलावे है त्यों बोले स्वामी कुदरत कबण हमारी। साध संग नानक जस गायो जो प्रभ की अति प्यारी गुरु रूप। गुरु प्यारी साध संग जी, आप समूह संगतां नूं भली पर प्रकात पता ही है कि कुछ रोज़ पहला उस अकाल पुरख बहगरी ਵੱਲੋਂ ਦਿੱਤੀ ਹੋਈ ਸਵਾਸਾਂ ਰੂਪੀ ਪੂੰਜੀ ਨੂੰ ਭੋਗਦਿਆਂ ਹੋਇਆਂ ਸਰਦਾਰ ਰਜਿੰਦਰਪਾਲ ਸਿੰਘ ਫੌਜੀ
ਜੋ ਅਕਾਲ ਚਲਾਣਾ ਕਰ ਗਏ ਸਨ, ਸੋ ਉਹਨਾਂ ਦੀ ਰੂਹ ਦੇ ਭਲੇ ਵਾਸਤੇ, ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ, ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਰਲ ਮਿਲ ਕੇ ਆਪਣੇ ਗ੍ਰਹਿ ਵਿੱਚ ਧੁਰਕੀ ਬਾਣੀ ਆਈ, ਤਨ ਸਗਲੀ ਚਿੰਤ ਮਟਾਈ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਕਰਾਏ ਸਨ। ਸੋ ਜਿਨ੍ਹਾਂ ਦੀ ਅੰਮ੍ਰਿਤ ਵੇਲੇ ਭੋਗ ਪਾਏ ਗਏ ਹਨ, ਸੋ ਇਸ ਸਮੇਂ ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ, ਆਪ ਤਾਰੈ ਸਗਲੇ ਕੁਲ ਤਾਰੇ, ਹਰ ਦਰਗਹਿ ਪਤ ਸੋ ਜਾਂਦਾ। ਮਹਾਂਵਾਕਾਂ ਅਨੁਸਾਰ ਆਪਣੇ ਗੁਰੂ ਘਰ ਗੋਦਰਾ ਸਾਹਿਬ ਵਿਖੇ ਸਤਿਗੁਰਾਂ ਦੀ ਪਵਿੱਤਰ ਬਾਣੀ ਦੇ ਕੀਰਤਨ ਕਥਾ ਵਿਚਾਰਾਂ ਪ੍ਰਾਰੰਭ ਹੋ ਚੁੱਕੀਆਂ ਹਨ। ਤਕਰੀਬਨ 1:15 ਵਜੇ ਸਾਰੀ ਸਮਾਪਤੀ ਹੋ ਜਾਣੀ ਹੈ। ਸੋ ਆਓ, ਸਮਾਂ ਥੋੜ੍ਹਾ ਹੈ, ਥੋੜ੍ਹੇ ਸਮੇਂ ਤੋਂ ਜ਼ਿਆਦਾ ਲਾਭ ਲੈਣਾ ਹੈ। ਉਸ ਵਿਛੜੀ ਰੂਹ ਦੇ ਨਿਮਿਤ ਸਮੂਹ ਸੰਗਤਾਂ ਨੇ ਰਲ ਮਿਲ ਕੇ ਅਰਦਾਸਾਂ ਕਰਨੀਆਂ ਹਨ ਕਿ ਇਹ ਅਕਾਲ ਪੁਰਖ ਵਾਹਿਗੁਰੂ ਆਪ ਜੀ ਕਿਰਪਾ ਕਰੋ, ਵਿਛੜੀ ਰੂਹ ਆਪਣੇ ਚਰਨਾਂ ਕਮਲਾਂ ਪਾਸ ਨਿਵਾਸ ਬਖਸ਼ਣਾ। ਸੋ ਸੰਗਤਾਂ ਨੂੰ ਬੇਨਤੀ ਹੈ ਕਿ ਗੁਰੂ ਕੇ ਲੰਗਰ ਪ੍ਰਸਾਦਾ ਪਾਣੀ ਛਕ ਕੇ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ, ਕਿਉਂਕਿ ਜਿਤਨਾ ਵੀ ਸਮਾਂ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਬਹਿ ਕੇ ਉਹਦੀ ਯਾਦ ਵਿੱਚ ਗੁਜ਼ਰਦਾ ਹੈ, ਉਹ ਸਮਾਂ ਲੇਖੇ ਵਿੱਚ ਹੈ। ਏਕ ਘੜੀ ਆਦਿ ਘੜੀ ਆਦਿ ਹੂੰ ਤੇ ਯਾਦ, ਭਗਤਨ ਕੀਨੇ ਗੋਸ਼ਟੇ ਜੋ ਕੀਨੇ ਸੋ ਲਾਭ। ਸੋ ਜਿਤਨਾ ਵੀ ਸਮਾਂ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਗੁਜ਼ਰਦਾ ਹੈ, ਉਹ ਸਮਾਂ ਲੇਖੇ ਵਿੱਚ ਹੈ। ਕਿਉਂਕਿ ਜੋ ਬਾਕੀ ਸਮਾਂ ਹੈ ਉਹ ਤਾਂ ਅਸੀਂ ਗੱਲਾਂ ਬਾਤਾਂ ਕਰਦਿਆਂ ਹਾਂ, ਦੁਨਿਆਵੀ ਕਾਰ ਵਿਹਾਰ ਕਰਦਿਆਂ, ਆਪਣੇ ਪਰਿਵਾਰ ਦੀ ਉਪਜੀਵਕਾ ਵਾਸਤੇ, ਬੱਚਿਆਂ ਦੀ ਪਾਲਣਾ ਵਾਸਤੇ ਕਾਰ ਵਿਹਾਰ ਕਰਦਿਆਂ ਗੁਜ਼ਾਰ ਦਿੰਦੇ ਹਾਂ। ਕਿਉਂਕਿ ਸਤਿਗੁਰਾਂ ਦਾ ਫਰਮਾਨ ਹੈ ਕਿ ਸਾਈ ਘੜੀ ਸੁਲੱਖਣੀ ਸਹੁ ਨਾਲ ਵਿਹਾਵੇ। ਕਹਿੰਦੇ ਉਹੀ ਘੜੀ ਭਲੀ ਹੈ, ਉਹੀ ਘੜੀ ਸੁਲੱਖਣੀ ਹੈ ਜਿਹੜੀ ਸਤਿਗੁਰਾਂ ਦੇ ਯਾਦ ਵਿੱਚ, ਸਤਿਗੁਰਾਂ ਦੀ ਹਜ਼ੂਰੀ ਵਿੱਚ ਬਹਿ ਕੇ ਗੁਜ਼ਰਦੀ ਹੈ। ਸੋ ਆਓ, ਅਸੀਂ ਉਸ ਵਿਛੜੀ ਰੂਹ ਦੇ ਨਿਮਿਤ ਅਰਦਾਸਾਂ ਬੇਨਤੀਆਂ ਕਰਨੀਆਂ ਹਨ। ਸੋ ਸਮੂਹ ਸੰਗਤਾਂ ਗੁਰੂ ਕੇ ਲੰਗਰ ਪ੍ਰਸਾਦਾ ਪਾਣੀ ਛਕ ਕੇ ਸਤਿਗੁਰਾਂ ਦੀ ਹਜ਼ੂਰੀ ਵਿੱਚ ਛੱਡਣ ਦੀ ਕਿਰਪਾਲਤਾ ਕਰੋ, ਕਿਉਂਕਿ ਸਤਿਗੁਰਾਂ ਦੀ ਪਾਵਨ ਬਾਣੀ ਦਾ ਫਰਮਾਨ ਹੈ, ਫਰੀਦਾ ਦਰਿਆਵੇ ਕੰਨੇ ਬਗਲਾ ਬੈਠਾ ਕੇਲ ਕਰੇ, ਕੇਲ ਕਰੇਂਦੇ ਹੰਝਨੋ ਅਚਿੰਤੇ ਬਾਜ ਪਏ ਤਿਸ ਰੱਬ ਦੇ ਕੇਲਾਂ ਬਿਸਰੀਆਂ, ਜੋ ਮਨ ਚਿੱਤ ਨ ਚੇਤੇ ਸਨ ਸੋ ਗਾਲੀ ਰੱਬ ਕੀ। ਸੋ ਜੋ ਸਾਡੇ ਮਨ ਚਿੱਤ ਚੇਤੇ ਯਾਦ ਵੀ ਨਹੀਂ ਸਨ, ਉਹ ਗੱਲਾਂ ਹੋ ਜਾਂਦੀਆਂ ਹਨ। ਕਿਉਂਕਿ ਜੋ ਮੌਤ ਦਾ ਸਮਾਂ ਹੈ, ਇਹ ਕੋਈ ਨਹੀਂ ਜਾਣਦਾ ਕਿ ਕਦ ਕਿੱਥੇ ਮੌਤ ਆਉਣੀ ਹੈ, ਕਿਸ ਸਮੇਂ ਆਉਣੀ ਹੈ, ਕਿਸ ਸਥਾਨ 'ਤੇ ਆਉਣੀ ਹੈ, ਕਿਵੇਂ ਆਉਣੀ ਹੈ। ਕਿਆ ਜਾਣਾ ਕਿ ਮਾਰਾਂਗੇ, ਕੈਸੇ ਮਰਨਾ ਹੋਏ, ਜੇਕਰ ਸਾਹਿਬ ਮਨੋ ਨਾ ਵਿਸਰੈ ਤਾਂ ਸਹਿਲਾ ਮਰਨਾ ਸੋ। ਅਰ ਸਤਿਗੁਰਾਂ ਦੀ ਯਾਦ ਸਾਡੇ ਹਿਰਦੇ ਵਿੱਚ ਹੈ ਤਾਂ ਜੋ ਮਰਨਾ ਹੈ ਉਹ ਕੁਝ ਆਸਾਨ ਹੋ ਜਾਂਦਾ ਹੈ। ਨਹੀਂ ਤਾਂ ਫਿਰ ਜਿੰਦਨ ਵਾਣੀ ਕੱਢੇ ਹੱਡਾਂ ਕੋ ਕੁੜਕਾਏ, ਫਿਰ ਉਹ ਅੰਤ ਸਮਾਂ ਬਹੁਤ ਦੁਖਦਾਈ ਹੁੰਦਾ ਹੈ। ਸੋ ਇਸ ਕਰਕੇ ਕੁਝ ਸਮਾਂ, ਕੁਝ ਘੜੀਆਂ ਸਤਿਗੁਰਾਂ ਦੀ ਹਜ਼ੂਰੀ ਵਿੱਚ ਬੈਠਣ ਦਾ ਸਮਾਂ ਪ੍ਰਾਪਤ ਹੋਇਆ ਹੈ। ਉਸ ਵਿਛੜੀ ਰੂਹ ਦੇ ਨਿਮਿਤ, ਕਿਉਂਕਿ ਇਸ ਸੰਸਾਰ 'ਤੇ ਜੋ ਵੀ ਜੀਵ ਆਇਆ ਹੈ ਉਸਨੇ ਇੱਕ ਦਿਨ ਜਾਣਾ ਹੈ। ਘੱਲੇ ਆਵੇ ਨਾਨਕਾ ਸਦੇ ਉੱਠੀ ਜਾਹੇ, ਇੱਥੇ ਬੈਠਣਾ ਕਿਸੇ ਨੇ ਰਹਿਣਾ, ਬਾਰੀ ਆਈ ਤੁਰ ਜਾਵਣਾ, ਇੱਥੇ ਬੈਠਣਾ ਕਿਸੇ
ਨਾ ਕਿਸੇ ਨੇ ਰਹਿਣਾ, ਵਾਰੀ ਆਈ ਤੁਰ ਜਾਵਣਾ। ਇੱਥੇ ਬੈਠਣਾ ਕਿਸੇ ਨੇ ਰਹਿਣਾ, ਵਾਰੀ ਆਈ ਤੁਰ ਜਾਵਣਾ। 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 ਇੱਥੇ ਬੈਠਣਾ ਕਿਸੇ ਨੇ ਰਹਿਣਾ, ਵਾਰੀ ਆਈ ਤੁਰ ਜਾਵਣਾ। ਇੱਥੇ ਬੈਠਣਾ ਕਿਸੇ ਨੇ ਰਹਿਣਾ, ਵਾਰੀ ਆਈ ਤੁਰ ਜਾਵਣਾ। ਬੈਠਣਾ ਕਿਸੇ ਨੇ ਰਹਿਣਾ, ਵਾਰੀ ਆਈ ਤੁਰ ਜਾਵਣਾ। ਬੈਠਣਾ ਕਿਸੇ ਨੇ ਰਹਿਣਾ, ਵਾਰੀ ਆਈ ਤੁਰ ਜਾਵਣਾ। ਵਾਰੀ ਆਈ ਜੀ ਤੁਰ ਜਾਵਣਾ, ਵਾਰੀ ਆਈ ਜੀ ਤੁਰ ਜਾਵਣਾ। ਵਾਰੀ ਆਈ ਜੀ ਤੁਰ ਜਾਵਣਾ, ਵਾਰੀ ਆਈ ਹੋ ਤੁਰ ਜਾਵਣਾ। ਵਾਰੀ ਆਈ ਜੀ ਤੁਰ ਜਾਵਣਾ, ਵਾਰੀ ਆਈ ਜੀ ਤੁਰ ਜਾਵਣਾ। ਵਾਰੀ ਆਈ ਜੀ ਤੁਰ ਜਾਵਣਾ, ਵਾਰੀ ਆਈ ਜੀ ਤੁਰ ਜਾਵਣਾ। ਵਾਰੀ ਆਈ ਜੀ ਤੁਰ ਜਾਵਣਾ, ਵਾਰੀ ਆਈ ਜੀ ਤੁਰ ਜਾਵਣਾ। ਵਾਰੀ ਆਈ ਜੀ ਤੁਰ ਜਾਵਣਾ, ਵਾਰੀ ਆਈ ਜੀ ਤੁਰ ਜਾਵਣਾ। ਇੱਥੇ ਬੈਠਣਾ ਕਿਸੇ ਨੇ ਰਹਿਣਾ, ਵਾਰੀ ਆਈ ਤੁਰ ਜਾਵਣਾ। ਬੈਠਣਾ ਕਿਸੇ ਨੇ ਰਹਿਣਾ, ਵਾਰੀ ਆਈ ਤੁਰ ਜਾਵਣਾ। ਇੱਥੇ ਬੈਠਣਾ ਕਿਸੇ ਨੇ ਰਹਿਣਾ, ਵਾਰੀ ਆਈ ਤੁਰ ਜਾਵਣਾ। ਬੈਠਣਾ ਕਿਸੇ ਨੇ ਰਹਿਣਾ, ਵਾਰੀ ਆਈ ਤੁਰ ਜਾਵਣਾ। ਬੈਠਣਾ ਕਿਸੇ ਨੇ ਰਹਿਣਾ, ਵਾਰੀ ਆਈ ਤੁਰ ਜਾਵਣਾ। ਇੱਥੇ ਬੈਠਣਾ ਕਿਸੇ ਨੇ ਰਹਿਣਾ, ਵਾਰੀ ਆਈ ਤੁਰ ਜਾਵਣਾ। ਰਾਣਾ ਰੋ ਨ ਕੋ ਰਹੇ, ਰੰਗ ਨ ਤੁੰਗ ਫਕੀਰ। ਵਾਰੀ ਆਪੋ ਆਪਣੀ, ਕੋਈ ਨ ਬੰਦੇ ਧੀਰ। ਫਰੀਦਾ ਖਿੰਥੜ ਮੇਖਾਂ ਅਗਲੀਆਂ, ਜਿੰਦ ਨ ਕਾਈ ਮੇਖ। ਬਾਰੀ ਆਪੋ ਆਪਣੀ, ਚੱਲੇ ਮਸਾਇਕ ਸੇਖ। ਆਪੋ ਆਪਣੀ ਬਾਰੀ ਅਨੁਸਾਰ ਜਿਤਨੀ ਇੱਕ ਉਹ ਅਕਾਲ ਪੁਰਖ ਵਾਹਿਗੁਰੂ ਵੱਲੋਂ ਸਵਾਸਾਂ ਰੂਪੀ ਪੂੰਜੀ ਮਿਲੀ ਹੈ, ਉਹਨੂੰ ਭੋਗਦਿਆਂ ਹੋਇਆਂ ਇਸ ਜੀਵਨ ਨੇ ਇਸ ਸੰਸਾਰ ਤੋਂ ਤੁਰ ਜਾਣਾ ਹੈ। ਕਿਉਂਕਿ ਸਤਿਗੁਰਾਂ ਦਾ ਪਾਵਨ ਫਰਮਾਨ ਹੈ, ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ। ਜਿਹੜਾ ਘੱਲਿਆ ਹੋਇਆ ਆਉਂਦਾ ਹੈ, ਕਿਸੇ ਦਾ ਭੇਜਿਆ ਹੋਇਆ ਆਉਂਦਾ ਹੈ, ਉਹ ਫਿਰ ਕੋਈ ਜ਼ਿੰਮੇਵਾਰੀ ਲੈ ਕੇ ਆਉਂਦਾ ਹੈ, ਕੋਈ ਡਿਊਟੀ ਲੈ ਕੇ ਆਉਂਦਾ ਹੈ। ਸਤਿਗੁਰਾਂ ਨੇ ਸਾਨੂੰ ਇਸ ਸੰਸਾਰ 'ਤੇ ਭੇਜਿਆ ਹੈ, ਕਾਹਦੇ ਵਾਸਤੇ?
ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਣ ਵਾਸਤੇ। ਕਿਉਂ ਜਿਸ ਵਕਤ ਇਹ ਜੀਵ ਮਾਤਾ ਦੇ ਉਦਰ ਵਿੱਚ ਗਰਭ ਧਾਰ ਕਰਦਾ ਹੈ ਤਾਂ ਉਸ ਕੁੰਭੀ ਨਰਕ ਵਿੱਚ ਅਰਦਾਸਾਂ ਕਰਦਾ ਕਿ ਹੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਤੂੰ ਕਿਰਪਾ ਕਰ, ਮੈਨੂੰ ਇਸ ਨਰਕ ਵਿੱਚੋਂ ਕੱਢਣਾ ਕਰ, ਮੈਂ ਤੇਰਾ ਨਾਮ ਜਪਾਂਗਾ। ਪਰ ਜਿਉਂ ਹੀ ਇਹ ਜੀਵ ਮਾਤਾ ਦੇ ਉਦਰ ਤੋਂ ਸੰਸਾਰ ਵਿੱਚ ਜਨਮ ਲੈਂਦਾ ਹੈ, ਇਸ ਦੀ ਜੋ ਲਿਵ ਹੈ ਉਹ ਅਕਾਲ ਪੁਰਖ ਵਾਹਿਗੁਰੂ ਨਾਲ ਟੁੱਟ ਜਾਂਦੀ ਹੈ। ਜਨਮ ਹੁੰਦੇ ਸਮੇਂ ਹੀ ਇਸ 'ਤੇ ਮਾਇਆ ਦਾ ਪ੍ਰਭਾਵ ਪੈ ਜਾਂਦਾ ਹੈ, ਕਿਉਂਕਿ ਗੁਰਬਾਣੀ ਦਾ ਫਰਮਾਨ ਹੈ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਜਿਸੇ ਤਰ੍ਹਾਂ ਸਾਡੀ ਲਿਵ ਟੁੱਟਦੀ ਹੈ ਫਿਰ ਮਾਇਆ ਆਪਣਾ ਖੇਲ ਵਰਤਾ ਦਿੰਦੀ ਹੈ। ਉਸ ਤੋਂ ਬਾਅਦ ਫਿਰ ਇਹ ਜੀਵ ਦਾ ਇਸ ਸੰਸਾਰ ਦੇ ਵਿੱਚ ਮੋਹ ਪੈਂਦਾ ਹੈ। ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁੱਧ। ਸੋ ਇਸ ਤਰ੍ਹਾਂ ਹੌਲੀ ਹੌਲੀ ਫਿਰ ਇਸ ਦਾ ਇਸ ਸੰਸਾਰ ਦੇ ਵਿੱਚ ਮੋਹ ਪੈਂਦਾ ਹੈ। ਫਿਰ ਇਹ ਜੀਵ ਇਸ ਤਰ੍ਹਾਂ ਮੋਹ ਦੇ ਵਿੱਚ ਫਸ ਜਾਂਦਾ ਹੈ ਕਿ ਇਸ ਨੂੰ ਉਹ ਅਕਾਲ ਪੁਰਖ ਵਾਹਿਗੁਰੂ ਦਾ ਚਿੰਤਨ ਕਰਨਾ, ਉਹਦਾ ਨਾਮ ਜਪਣਾ ਉਹ ਭੁੱਲ ਜਾਂਦਾ ਹੈ। ਸਿਰਫ ਕੀ ਯਾਦ ਰਹਿੰਦਾ ਹੈ, ਖਾਣਾ ਪੀਣਾ ਹੱਸਣਾ ਸੌਣਾ, ਇਹ ਯਾਦ ਰਹਿ ਜਾਂਦਾ ਹੈ। ਪਰ ਇਹਨੂੰ ਇਹ ਨਹੀਂ ਯਾਦ ਰਹਿੰਦਾ ਹੈ ਕਿ ਮੈਂ ਮਰਨਾ ਵੀ ਹੈ। ਇਹ ਮਾਇਆ ਦੇ ਮੋਹ ਵਿੱਚ ਲੱਗ ਕੇ ਇਹਨੂੰ ਮਰਨਾ ਵਿਸਰ ਜਾਂਦਾ ਹੈ। ਕਿਉਂਕਿ ਜਦ ਮੌਤ ਸਾਨੂੰ ਯਾਦ ਹੋਵੇਗੀ ਨਾ, ਮੌਤ ਦਾ ਸਾਨੂੰ ਡਰ ਹੋਵੇਗਾ, ਫਿਰ ਅਸੀਂ ਉਹ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਦੇ ਹਾਂ, ਚਿੰਤਨ ਕਰਦੇ ਹਾਂ। ਅਸੀਂ ਆਮ ਸੰਸਾਰ ਦੇ ਵਿੱਚ ਦੇਖਦੇ ਹਾਂ, ਜਿਸ ਟਾਈਮ ਸਾਡੇ 'ਤੇ ਵਿਪਤਾ ਪੈਂਦੀ ਹੈ, ਕੋਈ ਔਖੀ ਘੜੀ ਆਉਂਦੀ ਹੈ, ਕੋਈ ਸੰਕਟ ਆ ਜਾਂਦਾ ਹੈ, ਫਿਰ ਅਸੀਂ ਕੀ ਕਰਦੇ ਹਾਂ? ਪਹਿਲਾਂ ਤਾਂ ਅਸੀਂ ਦੇਖਦੇ ਹਾਂ ਜੀ ਕੋਈ ਸਾਡਾ ਮਿੱਤਰ ਵੈਲੀ ਹੈ ਜੋ ਸਾਡੀ ਮਦਦ ਕਰੇਗਾ, ਸਾਡਾ ਕੋਈ ਰਿਸ਼ਤੇਦਾਰ ਹੈ, ਕੋਈ ਸਰਕਾਰੀ ਦਰਬਾਰੇ ਪਹੁੰਚ ਵਾਲਾ ਹੈ। ਜਦ ਸਾਰੇ ਆਸਰੇ ਟੁੱਟ ਜਾਂਦੇ ਹਨ ਫਿਰ ਕੀ ਕਹਿੰਦਾ, ਚਲੋ ਹੁਣ ਅਰਦਾਸ ਕਰਾਈਏ। ਫਿਰ ਗੁਰੂ ਘਰ ਆ ਕੇ ਅਰਦਾਸ ਕਰਦੇ ਹਾਂ, ਨਿਤਨੇਮ ਕਰਦੇ ਹਾਂ, ਪਾਠ ਕਰਦੇ ਹਾਂ ਵੱਧ ਤੋਂ ਵੱਧ। ਪਰ ਸਤਿਗੁਰੂ ਜੀ ਕਹਿੰਦੇ ਕਾਮ ਪਰੇ ਹਰ ਸਿਮਰਿਐ ਐਸਾ ਸਿਮਰੋ ਨਿਤ। ਕਹਿੰਦੇ ਜਿਵੇਂ ਕੰਮ ਪਰੇ ਤੋਂ ਸਿਮਰਦੇ ਹਾਂ ਨਾ, ਪਾਠ ਕਰਦੇ ਹਾਂ, ਅਰਦਾਸਾਂ ਕਰਾਉਂਦੇ ਹਾਂ, ਸਾਨੂੰ ਐਸਾ ਨਿਤ ਸਿਮਰਨ ਕਰਨਾ ਚਾਹੀਦਾ ਹੈ। ਕਿਉਂਕਿ ਉਹ ਅਕਾਲ ਪੁਰਖ ਵਾਹਿਗੁਰੂ ਵੱਲੋਂ ਭੇਜੇ ਹੋਏ ਆਏ ਹਾਂ। ਕਾਹਦੇ ਵਾਸਤੇ? ਨਾਮ ਜਪਣ ਵਾਸਤੇ ਆਏ ਹਾਂ। ਬੰਦਾ ਆਇਆ ਸੀ ਨਾਮ ਦੇ ਜਪਣ ਨੂੰ, ਪਰ ਮਾਇਆ ਨੇ ਆਪਣਾ ਜਾਲ ਵਰਤਾ ਦਿੱਤਾ। ਬੰਦਾ ਨਾਮ ਦੇ ਜਪਣ ਨੂੰ ਆਇਆ, ਮਾਇਆ ਵਾਲਾ ਜਾਲ ਪੈ ਗਿਆ। ਬੰਦਾ ਨਾਮ ਦੇ ਜਪਣ ਨੂੰ ਆਇਆ, ਮਾਇਆ ਵਾਲਾ ਜਾਲ ਪੈ ਗਿਆ। ਬੰਦਾ ਨਾਮ ਦੇ ਜਪਣ ਨੂੰ ਆਇਆ, ਮਾਇਆ ਵਾਲਾ ਜਾਲ ਪੈ ਗਿਆ। ਬੰਦਾ ਨਾਮ ਦੇ ਜਪਣ ਨੂੰ ਆਇਆ, ਮਾਇਆ ਵਾਲਾ ਜਾਲ ਪੈ ਗਿਆ। ਨਾਮ ਦੇ ਜਪਣ ਨੂੰ ਆਇਆ, ਮਾਇਆ ਵਾਲਾ ਜਾਲ ਪੈ ਗਿਆ। ਬੰਦਾ ਨਾਮ ਦੇ ਜਪਣ ਨੂੰ ਆਇਆ, ਮਾਇਆ ਵਾਲਾ ਜਾਲ ਪੈ ਗਿਆ। ਮਾਇਆ ਵਾਲਾ ਜੀ ਜਾਲ ਪੈ ਗਿਆ। ਮਾਇਆ ਵਾਲਾ ਜੀ ਜਾਲ ਪੈ ਗਿਆ। ਓ ਮਾਇਆ ਵਾਲਾ ਜੀ ਜਾਲ ਪੈ ਗਿਆ। ਮਾਇਆ ਵਾਲਾ ਹੋ ਜਾਲ ਪੈ ਗਿਆ। ਮਾਇਆ ਵਾਲਾ
ਜਪਣ ਨੂੰ ਆਇਆ, ਮਾਇਆ ਵਾਲਾ ਜਾਲ ਪੈ ਗਿਆ, ਨਾਮ ਦੇ ਜਪਣ ਨੂੰ ਆਇਆ, ਮਾਇਆ ਵਾਲਾ ਜਾਲ ਪੈ ਗਿਆ। ਬੰਦਾ ਨਾਮ ਦੇ ਜਪਣ ਨੂੰ ਆਇਆ, ਮਾਇਆ ਵਾਲਾ ਜਾਲ ਪੈ ਗਿਆ। ਬੰਦਾ ਨਾਮ ਦੇ ਜਪਣ ਨੂੰ ਆਇਆ, ਮਾਇਆ ਵਾਲਾ ਜਾਲ ਪੈ ਗਿਆ। ਨਾਮ ਦੇ ਜਪਣ ਨੂੰ ਆਇਆ, ਮਾਇਆ ਵਾਲਾ ਜਾਲ ਪੈ ਗਿਆ। ਬੰਦਾ ਨਾਮ ਦੇ ਜਪਣ ਨੂੰ ਆਇਆ, ਮਾਇਆ ਵਾਲਾ ਜਾਲ ਪੈ ਗਿਆ। ਸੋ ਜਿਸ ਹੀ ਸਮੇਂ ਬੱਚਾ ਜਨਮ ਲੈਂਦਾ ਹੈ ਉਹ ਅਕਾਲ ਪੁਰਖ ਬਹਿਰ ਨਾਲ ਲਿਪ ਟੁੱਟਦੀ ਹੈ ਅਤੇ ਫਿਰ ਜੋ ਮਾਇਆ ਹੈ, ਮਾਇਆ ਕੀ ਹੈ? ਕੱਲੀ ਜੋ ਧਨ ਦੌਲਤ ਹਨ ਇਹੀ ਮਾਇਆ ਨਹੀਂ ਹੈ। ਮਾਇਆ ਹੈ ਜੋ ਵੀ ਸਾਨੂੰ ਅਕਾਲ ਪੁਰਖ ਵਾਹਿਗੁਰੂ ਨਾਲ ਤੋੜਦਾ ਹੈ, ਸਾਨੂੰ ਸਤਿਗੁਰਾਂ ਤੋਂ ਦੂਰ ਕਰਦਾ ਹੈ, ਉਹ ਮਾਇਆ ਹੈ। ਉਹ ਭਾਵੇਂ ਸਾਡੇ ਧੀਆਂ ਪੁੱਤਰ ਹਨ, ਭਾਵੇਂ ਸਾਡੀ ਧਨ ਦੌਲਤ ਹੈ, ਭਾਵੇਂ ਜ਼ਮੀਨ ਦਾ ਜਾਇਦਾਦ ਹੈ, ਕੁਛ ਵੀ ਹੈ ਜੋ ਸਾਨੂੰ ਸਤਿਗੁਰਾਂ ਤੋਂ ਦੂਰ ਕਰਦਾ ਹੈ ਉਹ ਮਾਇਆ ਹੈ। ਇਹ ਜੀਵ ਬਚਪਨ ਤੋਂ ਉੱਭਰਦਾ ਹੈ। 10 ਬਾਲਪਨ 20 ਰਵਣ 30 ਕਾ ਸੁੰਦਰ ਕਹਾਵੇ, 40 ਪੁਰ 85 ਪੱਗ ਖਿੱਸੇ 60 ਕੇ ਬੁਢੇਪਾ ਆਵੇ, 17 ਕਾ ਮਤਹੀਣ। ਸੋ ਇਸ ਤਰ੍ਹਾਂ ਇਹਦੀ ਅਵਸਥਾ ਹੌਲੀ ਹੌਲੀ ਬਦਲਦੀ ਜਾਂਦੀ ਹੈ। ਪਹਿਲਾਂ ਬਚਪਨ ਆਉਂਦਾ ਹੈ, ਫਿਰ ਕਿਸ਼ੋਰ ਅਵਸਥਾ ਆਉਂਦੀ ਹੈ। ਸੋ ਹੌਲੀ ਹੌਲੀ ਇਹ ਇਸ ਸੰਸਾਰ ਦੇ ਵਿੱਚ ਜੋ ਮੋਹ ਰੂਪੀ ਦਲਦਲ ਹੈ ਉਹਦੇ ਵਿੱਚ ਧੱਸਦਾ ਜਾਂਦਾ ਹੈ। ਸੋ ਸਤਿਗੁਰੂ ਕਹਿੰਦੇ ਹਨ ਕਿ ਹੇ ਜੀਵ ਪ੍ਰਾਣੀ, ਤੂੰ ਆਇਓ ਲਾਹਾ ਲੈਣ, ਲੱਗਾ ਕਿ ਤੁਖ ਪਕੜੇ, ਸਭ ਮੁੱਕਦੀ ਚੱਲੀ ਰਹਿਣ। ਤੂੰ ਇੱਥੇ ਕੁਝ ਸਮਾਂ ਗੁਜ਼ਾਰਨ ਆਇਆ ਸੀ ਮੁਸਾਫਰ ਦੀ ਤਰ੍ਹਾਂ ਇਸ ਸੰਸਾਰ ਤੇ, ਪਰ ਤੂੰ ਇਹ ਸੰਸਾਰ ਨੂੰ ਆਪਣਾ ਘਰ ਸਮਝ ਕੇ ਬਹਿ ਗਿਆ ਇੱਥੇ ਕਿ ਮੈਂ ਸਦੀਵ ਕਾਲ ਇੱਥੇ ਹੀ ਰਹਿਣਾ ਹੈ। ਜੋ ਘਰ ਛੱਡ ਗਵਾਵਣਾ, ਇਹ ਜੋ ਘਰ ਹੈ ਇਹ ਤੂੰ ਇੱਥੇ ਨਹੀਂ ਰਹਿਣਾ ਹੈ। ਇੱਥੇ ਕੁਝ ਸਮਾਂ ਇਹ ਮੁਸਾਫਰਖਾਨਾ ਹੈ ਸੰਸਾਰ। ਜਿਵੇਂ ਬੱਸ ਦੇ ਵਿੱਚ ਮੁਸਾਫਰ ਸਫ਼ਰ ਕਰਦੇ ਹਨ, ਜਿਸ ਦਾ ਜਿਸੇ ਬੱਸ ਸਟਾਪ ਆ ਗਿਆ, ਅੱਡਾ ਆ ਗਿਆ, ਉਹ ਉਤਰ ਗਿਆ, ਬਾਕੀ ਸਵਾਰੀਆਂ ਬੈਠੇ ਰਹੀਆਂ, ਅਖੀਰ ਨੂੰ ਬੱਸ ਖਾਲੀ ਹੋ ਜਾਂਦੀ ਹੈ। ਇਸੇ ਤਰ੍ਹਾਂ ਇਹ ਸੰਸਾਰ ਹੈ। ਜਿਸ ਵਕਤ ਇਹ ਜੀਵ ਦਾ ਉਹ ਸਵਾਸਾਂ ਰੂਪੀ ਸਫ਼ਰ ਖਤਮ ਹੋ ਗਿਆ ਤਾਂ ਸਮਝ ਲਓ ਇਸ ਦਾ ਸਫ਼ਰ ਖਤਮ ਹੈ। ਪਰ ਇਸ ਜੀਵ ਕੀ ਕਰਦਾ? ਸਾਰਾ ਜੀਵਨ ਧਨ ਦੌਲਤ ਮਾਇਆ ਇਕੱਠੀ ਕਰਦਾ ਹੈ। ਕਾਹਦੇ ਵਾਸਤੇ? ਅਸੀਂ ਆਮ ਕਹਿੰਦੇ ਹਾਂ ਜੀ 4 ਪੈਸੇ ਇਕੱਠੇ ਕਰ ਲਓ। ਕਹਿੰਦੇ ਜੀ ਕਾਹਦੇ ਵਾਸਤੇ? ਕਹਿੰਦੇ ਔਖੇ ਟਾਈਮ ਕੰਮ ਆਉਣਗੇ। ਮਹਾਂਪੁਰਸ਼ ਕਿਆ ਕਰਦੇ ਹਨ ਕਿ ਕਹਿੰਦੇ ਔਖਾ ਟਾਈਮ ਤਾਂ ਅਸੀਂ ਆਪ ਮੰਗ ਰਹੇ ਹਾਂ, ਮੁਸ਼ਕਿਲ ਦੀ ਘੜੀ ਤਾਂ ਅਸੀਂ ਆਪ ਮੰਗ ਰਹੇ ਹਾਂ ਕਿ ਸਾਡੇ 'ਤੇ ਔਖਾ ਟਾਈਮ ਆਊ, ਅਸੀਂ ਤਾਂ ਪੈਸੇ ਰੱਖੇ ਹਨ। ਕਦੇ ਨਾ ਕਿਹਾ ਕਰੋ ਅਸੀਂ ਔਖੇ ਟਾਈਮ ਵਾਸਤੇ ਪੈਸੇ ਰੱਖਦੇ ਹਾਂ, ਮਾਇਆ ਇਕੱਠੀ ਕਰਦੇ ਹਾਂ। ਇਹ ਕਹੋ ਕਿ ਅਸੀਂ ਉਪਜੀਵਕਾ ਵਾਸਤੇ, ਆਪਣੇ ਪਰਿਵਾਰ ਦੀ ਪਾਲਣਾ ਵਾਸਤੇ ਕਰ ਰਹੇ ਹਾਂ। ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁੱਤ ਦਾਰਾ ਪੈ ਆਨ ਲਟਾਵੈ। ਇਹ ਜੀਵ ਪਤਾ ਨਹੀਂ ਕਿਤਨੇ ਪਰਪੰਚ ਕਰਦਾ ਹੈ, ਕੋਈ ਦੁਕਾਨ ਕਰਦਾ ਹੈ, ਕੋਈ ਬਿਜ਼ਨਸ ਕਰਦਾ ਹੈ, ਕਿਤਨੇ ਠੱਗੀਆਂ ਧੋਖੇ ਕਰਦਾ ਹੈ ਲੋਕਾਂ ਨਾਲ। ਕਾਹਦੇ ਵਾਸਤੇ? ਆਪਣੇ ਪਰਿਵਾਰ ਵਾਸਤੇ। ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁੱਤ ਦਾਰਾ ਪੈ ਆਨ ਲੁਟਾਵੈ। ਭਈ ਆਪਣੇ ਧੀਆਂ ਪੁੱਤਰਾਂ ਨੂੰ ਆ ਕੇ ਦਿੰਦਾ ਹੈ ਕਿ ਚਲੋ ਐਸ਼ ਕਰੋ, ਖਾਓ ਪੀਓ। ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪੈ ਲੀਜੈ। ਕਹਿੰਦੇ ਅੰਤ ਨੂੰ ਜੋ ਨਵੇੜਾ ਹੋਣਾ ਹੈ, ਤੂੰ ਕੀ ਬੀਜ ਰਿਹਾ ਹੈ, ਕੀ ਵੱਢ ਰਿਹਾ ਹੈ, ਉਹ ਤੈਨੂੰ ਲੇਖਾ ਦੇਣਾ ਪੈਣਾ ਹੈ। ਲੋੜੇ ਦਾਖ ਵਿਜੌਰੀਆ ਕਿੱਕਰ ਬੀਜੇ ਜੱਟ, ਹੰਡੇ ਉਨ ਕਤੈਂਦਾ ਪੈਂਦਾ ਲੋੜੇ ਪਟ। ਕਹਿੰਦੇ ਤੂੰ ਕਿੱਕਰਾਂ ਦੇ ਬੀਜ ਬੀਜਦਾ ਹੈ,
ਤੇ ਭਾਲਦਾ ਹੈ ਬਜੌਰ ਦੇਸ਼ ਦੀਆਂ ਦਾਖਾਂ। ਇਹ ਨਹੀਂ ਹੋਣਾ। ਜੈਸਾ ਬੀਜੇ ਸੋ ਲਾਉਣੇ। जैसा बीजेगा बढ़ेगा मना मेरेया, फल तेरे कर्मां दा। जैसा बीजेगा बढ़ेगा मना मेरेया, फल तेरे कर्मां दा। जैसा बीजेगा बढ़ेगा मना मेरेया, फल तेरे कर्मां दा। जैसा बीजेगा बढ़ेगा मना मेरेया, फल तेरे कर्मां दा। बीजेगा बढ़ेगा मना मेरेया, फल तेरे कर्मां दा। जैसा बीजेगा बढ़ेगा मना मेरेया, फल तेरे कर्मां दा। फल तेरे जी कर्मां दा, फल तेरे जी कर्मां दा। फल तेरे जी कर्मां दा, फल तेरे जी कर्मां दा। फल तेरे जी कर्मां दा, फल तेरे जी कर्मां दा। जैसा बीजेगा बढ़ेगा मना मेरेया, फल तेरे कर्मां दा। बीजेगा बढ़ेगा मना मेरेया, फल तेरे कर्मां दा। जैसा बीजेगा बढ़ेगा मना मेरेया, फल तेरे कर्मां दा। जैसा बीजेगा बढ़ेगा मना मेरेया, वो फल तेरे कर्मां दा। बीजेगा बढ़ेगा मना मेरेया, फल तेरे कर्मां दा। जैसा बीजेगा बढ़ेगा मना मेरेया, फल तेरे कर्मां दा। जैसा बीजे सो लाਉਣੇ। ਕਰਮਾ ਸੰਦੜਾ ਖੇਤ। जैसा ਤੂੰ ਬੀਜੇਗਾ ਉਹ ਜਿਹਾ ਵੱਢਣਾ ਪੈਣਾ ਹੈ। ਕਈ ਵਾਰੀ ਅਸੀਂ ਕਹਿ ਦਿੰਦੇ ਹਾਂ ਜੀ ਮੈਂ ਤਾਂ ਕਿਸੇ ਦਾ ਮਾੜਾ ਨਹੀਂ ਕਰਿਆ, ਮੈਨੂੰ ਇਹ ਸਜ਼ਾ ਕਿਉਂ ਮਿਲ ਗਈ। ਪਰ ਸਤਿਗੁਰਾਂ ਦਾ ਫਰਮਾਨ ਹੈ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਹਨ, ਭਾਈ ਦੱਦਾ ਦੋਸ ਨਾ ਕਿਸੇ ਦਿਓ, ਦੋਸ ਕਰਮਾਂ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਕੇ ਦੀਜੇ ਅਵਰਜਨ। ਅਸੀਂ ਕਿਸੇ ਨੂੰ ਦੋਸ਼ ਕਿਉਂ ਦੇਣਾ ਹੈ ਕਿ ਜੀ ਮੈਂ ਕੋਈ ਮਾੜਾ ਕਰਮ ਨਹੀਂ ਕਰਿਆ। ਜੋ ਅਸੀਂ ਮਾੜਾ ਕਰਮ ਕਰ ਰਹੇ ਹਾਂ ਨਾ ਉਹਦਾ ਫਲ ਸਾਨੂੰ ਮਿਲਣਾ ਹੈ। ਅਸੀਂ ਕਿਸੇ ਵਾਸਤੇ ਟੋਆ ਪਟਾਂਗੇ, ਅਸੀਂ ਆਪ ਗਿਰਾਂਗੇ। ਕਿਸੇ ਨੂੰ ਦੁੱਖ ਦੇਵਾਂਗੇ, ਉਹ ਦੁੱਖ ਅਸੀਂ ਆਪ ਭੋਗਣਾ ਹੈ। ਧ੍ਰਿਤਰਾਸ਼ਟਰ ਨੇ ਭਗਵਾਨ ਕ੍ਰਿਸ਼ਨ ਨੂੰ ਕਿਹਾ ਹੈ, ਭਗਵਾਨ ਇਹ ਮੈਨੂੰ ਨੇਤਰਹੀਣ ਦੀ ਅੰਨੇ ਹੋਣ ਦੀ ਸਜ਼ਾ ਮਿਲੀ ਹੈ। ਕਿਉਂ ਮਿਲੀ ਹੈ? ਮੈਂ 100 ਜਨਮ ਕੋਈ ਪਾਪ ਨਹੀਂ ਕੀਤਾ। 100 ਜਨਮ। ਅੱਜ ਤਾਂ ਪਤਾ ਨਹੀਂ ਇਸ ਜਨਮ ਵਿੱਚ ਕਿੰਨੇ ਪਾਪ ਕਰਦੇ ਹਾਂ, ਕੋਈ ਪਤਾ ਨਹੀਂ ਕਿ ਮੈਂ 100 ਜਨਮ ਕੋਈ ਪਾਪ ਨਹੀਂ ਕੀਤਾ, ਮੈਨੂੰ ਇਹ ਸਜ਼ਾ ਕਿਉਂ ਮਿਲੀ। ਤਾਂ ਭਗਵਾਨ ਕ੍ਰਿਸ਼ਨ ਕਹਿਣ ਲੱਗੇ ਕਿ हे ਧ੍ਰਿਤਰਾਸ਼ਟਰ, ਤੂੰ 100 ਜਨਮ ਕੋਈ ਪਾਪ ਨਹੀਂ ਕੀਤਾ, ਪਰ ਉਸ ਤੋਂ ਪਿੱਛੇ ਜਾ ਕੇ ਦੇਖ 101 ਜਨਮ ਪਹਿਲਾਂ ਤਾਂ ਇੱਕੋ ਦਰਖਤ ਨੂੰ, ਸ਼ਾਇਦ ਅੱਜ ਕੱਲ੍ਹ ਬੱਚਿਆਂ ਨੂੰ ਨਾ ਪਵੇ, ਝਾੜਾਂ ਨੂੰ ਇੱਕ ਗੋਲ ਗੋਲ ਪਦਾਰਥ ਲੱਗਿਆ ਤੇ ਉਹ ਵਿੱਚ ਕੀੜਾ ਹੁੰਦਾ, ਜਿਹਨੂੰ ਰੇਸ਼ਮ ਦਾ ਕੀੜਾ ਵੀ ਆਖਦੇ ਹਨ। ਉਹ ਕੀੜਾ ਵਿੱਚ ਹੁੰਦਾ। ਉਹ ਕੀੜੇ ਦੇ ਵਿੱਚ ਸੂਲ ਮਾਰੀ, ਉਹ ਸੂਲ ਉਹ ਕੀੜੇ ਦੀ ਅੱਖ ਜਾ ਕੇ ਲੱਗੀ। ਉਹ ਸਿਰਫ ਉਹ ਇੱਕ ਸੂਲ ਮਾਰਨ ਨਾਲ ਕੀੜੇ ਦੀ ਅੱਖ ਵਿੱਚ ਪੂਰਾ ਜੀਵਨ ਉਹਨੂੰ ਨੇਤਰਾਂ ਤੋਂ ਹੀਣ ਹੋ ਕੇ ਅੰਨੇ ਹੋ ਕੇ ਜੀਣਾ ਪਿਆ। ਪਰ ਅਸੀਂ ਕੀ ਕਰਦੇ ਹਾਂ? ਅਸੀਂ ਤਾਂ ਅੱਖਾਂ ਹੁੰਦੇ ਹੋਏ ਵੀ ਅੰਨੇ ਹਾਂ, ਕਿਉਂਕਿ ਗੁਰਬਾਣੀ ਦਾ ਫਰਮਾਨ ਹੈ, ਕਹਿੰਦੇ ਅੰਨੇ ਉਹ ਨਹੀਂ ਹੈ ਜਿਨ੍ਹਾਂ ਦੇ ਮੁਖ 'ਤੇ
ਜਿਨ੍ਹਾਂ ਦੇ ਚਿਹਰੇ ਤੇ ਇਹ ਅੱਖਾਂ ਨਹੀਂ ਹਨ। ਅੰਨੇ ਤਾਂ ਉਹ ਹਨ ਜਿਹੜੇ ਦੇਖਦੇ ਹੋਏ ਵੀ ਨਹੀਂ ਦੇਖ ਸਕਦੇ। ਅੰਧੇ ਸਈ ਨਾ ਆਖੀਐ ਜਿਨ ਮੁਖ ਲੋਇਣ ਨਾਏ, ਅੰਧੇ ਸਈ ਨਾਨਕਾ ਜੇ ਖਸਮੋ ਕੁੱਥੇ ਜਾਏ। ਕਹਿੰਦੇ ਜਿਹੜੇ ਖਸਮ ਦੇ ਦਰ ਤੋਂ, ਪਰਮਾਤਮਾ ਦੇ ਦਰ ਤੋਂ ਧੱਕੇ ਹੋਏ ਹਨ, ਉਹ ਅੰਨੇ ਹਨ। ਕਿਉਂਕਿ ਅਸੀਂ ਐਸੇ ਵੀ ਜੀਵ ਹਨ ਜਿਨ੍ਹਾਂ ਨੇ ਕਦੇ ਗੁਰੂ ਘਰ ਨਹੀਂ ਆਏ। ਇੱਥੇ ਵੀ ਹੋਣਗੇ ਕਈ ਜੀਵ ਜਿਹੜੇ ਕਹਿਣਗੇ ਚਲੋ ਜੀ ਅਸੀਂ ਫੌਜੀ ਸਾਹਿਬ ਦੇ ਭੋਗ 'ਤੇ ਜਾ ਕੇ ਆਉਣਾ ਹੈ, ਬਾਹਰੋਂ ਪ੍ਰਸਾਦਾ ਪਾਣੀ ਛਕਿਆ ਉੱਥੋਂ ਹੀ ਮੁੜ ਜਾਣਾ, ਪਰ ਇੰਨਾ ਨਹੀਂ ਕਿ ਗੁਰੂ ਘਰ ਆ ਜਾਣ। ਫਿਰ ਤੁਸੀਂ ਦੇਖੋ ਕਿੰਨੀ ਕਿਸਮਤ ਮਾੜੀ ਹੋਵੇਗੀ। ਅਸੀਂ ਇੱਥੇ ਆਏ ਹਾਂ, ਆਉਣ ਦਾ ਇੱਕ ਪ੍ਰਯੋਜਨ ਹੈ, ਇੱਕ ਸੇਧ ਲੈਣੀ ਹੈ, ਸਿੱਖਿਆ ਲੈਣੀ ਹੈ ਕਿ ਜੋ ਇਹ ਸੱਥਰ ਭਾਈ ਰਜਿੰਦਰਪਾਲ ਸਿੰਘ ਜੀ ਦੇ ਘਰ ਵਿਸੇ ਹਨ, ਕੱਲ੍ਹ ਨੂੰ ਇਹ ਸੱਥਰ ਸਾਦੇ ਵੀ ਵਿਸਣੇ ਹਨ। ਕਿਉਂਕਿ ਇਸ ਮੌਤ ਤੋਂ ਕੋਈ ਨਹੀਂ ਬਸਿਆ। ਇੱਥੇ ਆ ਕੇ ਸੇਧ ਲੈਣੀ ਹੈ ਕਿ ਜੋ ਇਸ ਦੁੱਖ ਦੀ ਘੜੀ ਭਾਈ ਰਜਿੰਦਰਪਾਲ ਸਿੰਘ ਉਹਨਾਂ ਦੇ ਪਰਿਵਾਰ 'ਤੇ ਆਈ ਹੈ, ਉਹ ਸਾਡੇ ਵੀ ਆਉਣੀ ਹੈ। ਕਿਉਂਕਿ ਇਸ ਸੰਸਾਰ 'ਤੇ ਜੋ ਵੀ ਜੀਵ ਆਇਆ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਬਰ ਜਿਸਕੇ ਜੀ ਪ੍ਰਾਣ ਹੈ, ਕਿਉਂ ਸਾਹਿਬ ਮਨੋ ਵਿਸਾਰੀ ਹੈ। ਕਹਿੰਦੇ ਜਿਸ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਪ੍ਰਾਣ ਦਿੱਤੇ ਹਨ, ਜੀਵਨ ਦਿੱਤਾ ਹੈ, ਅਸੀਂ ਉਸ ਨੂੰ ਕਿਉਂ ਵਿਸਾਰਨਾ ਹੈ। ਜਿਤਨਾ ਵੀ ਸਮਾਂ ਮਿਲਦਾ ਹੈ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਰੱਖਣਾ ਚਾਹੀਦਾ ਹੈ। ਇਹ ਜੀਵ ਕੀ ਕਰਦਾ ਹੈ, ਬੁਢੇਪਾ ਆਉਂਦਾ ਹੈ। ਪਹਿਲਾਂ ਜਵਾਨੀ ਵਿੱਚ ਕਹਿ ਦਿਓ ਭਾਈ ਅੰਮ੍ਰਿਤ ਛਕ ਲਾ, ਕਹੇ ਜੀ ਬੁਢੇਪੇ ਬਾਰੇ ਛਕਾਂਗੇ, ਫਿਰ ਬੁਢੇਪੇ ਬਾਰੇ ਵੀ ਨਹੀਂ ਅੰਮ੍ਰਿਤ ਛਕਦਾ। ਫਿਰ ਬੁਢੇਪੇ ਬਾਰੇ ਛਕ ਵੀ ਕੀ ਕਰਿਆ, ਕਿਉਂਕਿ ਨੈਨੋ ਨੀਰ ਵਹਿ ਤਨ ਖੀਨਾ, ਭੈ ਕੇ ਸੁਧ ਦਵਾਨੀ, ਰੂਧਾ ਕੰਠ ਸ਼ਬਦ ਨਹੀਂ ਉਚਰੈ, ਅਬ ਕਿਆ ਕਰੇ ਪ੍ਰਾਨੀ। ਕਹਿੰਦੇ ਅੱਖਾਂ 'ਚੋਂ ਪਾਣੀ ਬਹਿੰਦਾ ਹੈ, ਗਲ ਬਹਿ ਜਾਂਦਾ ਹੈ। ਨੈਨੋ ਨੀਰ ਵਹਿ ਤਨ ਖੀਨਾ, ਭੈ ਕੇ ਸੁਧ ਦਵਾਨੀ, ਅੱਖਾਂ 'ਚੋਂ ਪਾਣੀ ਨਿਕਲਦਾ ਹੈ, ਦਵਾਈ ਪਾਉਂਦਾ ਹੈ, ਉਹ ਰੱਬ ਦਾ ਸ਼ਰੀਕ ਬਣਦਾ ਹੈ। ਭੈ ਕੇ ਸੁਧ ਦਵਾਨੀ, ਕੇਸ ਚਿੱਟੇ ਹੋ ਗਏ ਦਾੜੀ ਰੰਗ ਲਈ, ਕਿਉਂਕਿ ਮੈਂ ਆਪਣੇ ਆਪ ਨੂੰ ਜਵਾਨ ਸਮਝਣਾ ਹੈ। ਦੰਦ ਨਿਕਲ ਗਏ, ਦੰਦ ਲਵਾ ਲਏ। ਪਰ ਸਤਿਗੁਰੂ ਕਹਿੰਦੇ ਜੇ ਜਰਵਾਣਾ ਪਰ ਹਰੈ, ਕਹਿੰਦੇ ਜੇ ਤੂੰ ਆਪਣੇ ਆਪ ਨੂੰ ਜਰਵਾਣਾ ਸਮਝਦਾ ਹੈ, ਤਕੜਾ ਸਮਝਦਾ ਹੈ, ਧਨਵਾਨ ਸਮਝਦਾ ਹੈ, ਤੇ ਸਰੀਰਕ ਬਲ ਕਰਕੇ ਤਕੜਾ ਹੈ। ਜੇ ਜਰਵਾਣਾ ਪਰ ਹਰੈ ਜਰ ਬੇਸ ਕਰੇਂਦੀ ਰਾਈਏ, ਕਹਿ ਤੇਰੇ ਤੇ ਬੁਢੇਪਾ ਆਉਂਦਾ ਹੈ, ਤੂੰ ਇਹਨੂੰ ਰੋਕ ਕੇ ਦਿਖਾ ਲੈ। ਕਿਉਂਕਿ 40 ਪੁਰ 85 ਪੱਗ ਖਿੱਸੇ, 40 ਸਾਲ ਦੀ ਉਮਰ ਤੱਕ ਬੰਦਾ ਇਹ ਪੂਰਾ ਜਵਾਨ ਹੈ। 50 ਸਾਲ ਤੋਂ ਬਾਅਦ ਇਹਦੀ ਆਰਜਾ ਪਿੱਛੇ ਨੂੰ ਢਲਣਾ ਹੋਣਾ ਸਰੀਰ। ਕਿਉਂਕਿ ਜਿੰਨੀ ਮਰਜ਼ੀ ਖੁਰਾਕ ਖਾ ਲੈ, ਬਦਾਮ ਖਾ ਲੈ, ਦੁੱਧ ਪੀ ਲੈ, ਜਿਤਨੀਆਂ ਮਰਜ਼ੀਆਂ ਤਾਕਤ ਦੀਆਂ ਦਵਾਈਆਂ ਲੈ ਲੈ, ਤੂੰ ਅਖੀਰ ਘਟਣਾ ਹੀ ਘਟਣਾ ਹੈ, ਕਿਉਂਕਿ ਤੇਰੇ ਤੇ ਬੁਢੇਪਾ ਆਉਣਾ ਹੀ ਆਉਣਾ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਭਾਈ ਆਵ ਨਾ ਭਜਸ, ਭਜਸ ਕਬ ਭਾਈ ਆਵੇ ਅੰਤ ਨਾ ਭਜਿਆ ਜਾਏ। ਕਹਿੰਦੇ ਜੇ ਅੰਤ ਹੋਣਾ ਫਿਰ ਤੇ ਤੂੰ ਨਾਮ ਨਹੀਂ ਜਪੇ ਆਉਣਾ, ਕਿਉਂਕਿ ਤੂੰ ਜਪਣ ਜੋਗਾ ਨਹੀਂ ਹੋਣਾ। ਰੂਹ ਕਾਂਠ ਗਲ ਵਿੱਚੋਂ ਤੇਰੇ ਬੋਲ ਨਹੀਂ ਨਿਕਲਣਾ, ਮੂੰਹ ਵਿੱਚੋਂ ਵਾਹਿਗੁਰੂ ਕਹੇਗਾ, ਕੁਝ ਹੋਰ ਸ਼ਬਦ ਨਿਕਲੇਗਾ। ਕਿਉਂਕਿ ਮੌਤ ਤੋਂ ਕੋਈ ਨਹੀਂ ਬਚਿਆ। ਕਿਤਨੇ ਰਾਜਿਆਂ ਦੇ ਬਲੀਆਂ ਦੇ ਪ੍ਰਮਾਣ ਦਿੱਤੇ ਨੇ, ਕਿਉਂਕਿ ਰਾਜਿਆਂ ਦੇ ਪ੍ਰਮਾਣ ਇਸ ਕਰਕੇ ਦਿੰਦੇ ਸਨ ਕਿ ਉਹਨਾਂ ਕੋਲ ਧਨ ਵੀ ਹੁੰਦਾ ਸੀ, ਸੈਨਾ ਵੀ ਹੁੰਦੀ ਸੀ, ਸਰੀਰਕ ਬਲ ਵੀ ਹੁੰਦਾ ਸੀ, ਹਰ ਸਹੂਲਤ ਹੁੰਦੀ ਸੀ ਉਹਨਾਂ ਕੋਲੇ, ਪਰ ਉਹਨਾਂ ਨੇ ਮੌਤ ਨੂੰ ਨਹੀਂ ਜਿੱਤ ਸਕੇ। ਉਹ ਇਤਿਹਾਸ ਵਿੱਚ ਨਾਂ ਆਉਂਦਾ ਹੈ ਰਾਜਾ ਪਰੀਛਦ ਦਾ। ਰਾਜਾ ਪਰੀਛਦ ਬਹੁਤ ਧਰਮਾਤਮੀ ਰਾਜਾ ਸੀ, ਪਰਜਾ ਪਾਲਕ ਸੀ। ਕਿਉਂਕਿ ਜੋ ਰਾਜੇ ਹਨ ਅੱਜ ਵੀ ਅਸੀਂ ਦੇਖਦੇ ਹਾਂ, ਜੋ ਮੌਜੂਦਾ ਰਾਜੇ ਹਨ, ਪ੍ਰਸ਼ਾਸਨ ਹੈ ਕਿੰਨਾ ਕੁ ਪਰਜਾ ਦਾ ਪਾਲਕ ਹੈ। ਕਿਉਂਕਿ ਧਰਮੀ ਰਾਜਾ ਉਹਨੂੰ ਆਖਦੇ ਹਨ ਜਿਹੜਾ ਆਪਣੇ ਧਰਮ ਦਾ ਪਾਲਣ ਕਰਦਾ ਹੈ, ਪਰਜਾ ਦਾ ਪਾਲਕ ਹੈ, ਪਰਜਾ ਦੇ ਦੁੱਖ ਸੁੱਖ ਸੁਣਦਾ ਹੈ। ਰਾਜਾ ਪਰੀਛਦ ਬਹੁਤ ਧਰਮੀ ਸੀ। ਉਹ ਇੱਕ ਦਿਨ ਸ਼ਿਕਾਰ ਖੇਡਦਾ ਖੇਡਦਾ ਜੰਗਲ ਵਿੱਚ ਗਿਆ। ਅੱਗੋਂ ਇੱਕ ਮਿਰਗ ਨਿਕਲਿਆ। ਮਿਰਗ ਘਣੇ ਸੰਘਣੇ ਜੰਗਲ ਵਿੱਚ ਚਲਿਆ ਗਿਆ।
ਕੁਝ ਅੱਗੇ ਜਾ ਕੇ ਜੰਗਲ ਦੇ ਵਿੱਚ ਅੱਖਾਂ ਤੋਂ ਉਹ ਮਿਰਗ ਓਹਲੇ ਹੋ ਗਿਆ। ਜਦ ਰਾਜਾ ਪਰੀਕਸ਼ਿਤ ਅੱਗੇ ਜੰਗਲ ਵਿੱਚ ਗਿਆ, ਕੀ ਦੇਖਿਆ ਕਿ ਇੱਕ ਰਿਸ਼ੀ ਸਮਾਧੀ ਲਈ ਬੈਠਾ ਹੈ, ਤਪੱਸਿਆ ਕਰ ਰਿਹਾ ਹੈ, ਜਿਸ ਦਾ ਨਾਮ ਭ੍ਰਿੰਗ ਰਿਸ਼ੀ ਆਇਆ ਹੈ। ਕੋਈ ਭ੍ਰਿੰਗੀ ਵੀ ਆਖਦੇ ਹਨ, ਕੋਈ ਭ੍ਰਿੰਗ ਆਖਦਾ ਹੈ। ਭ੍ਰਿੰਗੀ ਰਿਸ਼ੀ ਸਮਾਧੀ ਲਈ ਬੈਠਾ ਹੈ। ਰਾਜੇ ਪਰੀਕਸ਼ਿਤ ਨੇ ਉਹਨੂੰ ਜਾ ਕੇ ਪੁੱਛਿਆ ਕਿ ਮਹਾਂਪੁਰਖੋ ਇੱਧਰ ਨੂੰ ਮਿਰਗ ਗਿਆ ਹੈ, ਕਿੱਧਰ ਨੂੰ ਗਿਆ ਹੈ, ਦੇਖਿਆ ਹੈ? ਪਰ ਉਹ ਸਮਾਧੀ ਲਈ ਬੈਠੇ ਹਨ, ਉਹ ਅਕਾਲ ਪੁਰਖ ਬਹਿਰ ਨੂੰ ਇੱਕਮਿਕ ਹੋਏ ਬੈਠੇ ਹਨ, ਉਹਨਾਂ ਨੂੰ ਨਹੀਂ ਇਸ ਸੰਸਾਰ ਦਾ ਪਤਾ। 2-3 ਵਾਰ ਰਾਜੇ ਪਰੀਕਸ਼ਿਤ ਨੇ ਉਹਨਾਂ ਨੂੰ ਪੁੱਛਿਆ। ਜਦ ਭ੍ਰਿੰਗ ਰਿਸ਼ੀ ਨਾ ਬੋਲਿਆ ਤਾਂ ਰਾਜੇ ਪਰੀਕਸ਼ਿਤ ਨੇ ਆਪਣੇ ਤੀਰ ਦੇ ਚੇਲੇ ਨਾਲ ਮਰਿਆ ਹੋਇਆ ਸੱਪ ਚੱਕ ਕੇ ਉਹਦੇ ਗਲ ਵਿੱਚ ਪਾ ਦਿੱਤਾ, ਭ੍ਰਿੰਗ ਰਿਸ਼ੀ ਦੇ। ਭ੍ਰਿੰਗ ਰਿਸ਼ੀ ਉਸੇ ਤਰ੍ਹਾਂ ਸਮਾਧੀ ਵਿੱਚ ਬੈਠੇ ਹਨ, ਉਹਨਾਂ ਨੂੰ ਕੋਈ ਨਹੀਂ ਪਤਾ। ਸੋ ਗਲ ਉਹਦੇ ਸੱਪ ਵਿੱਚ ਪਾ ਕੇ ਅੱਗੇ ਮਿਰਗ ਦਾ ਪਿੱਛਾ ਕਰਦਿਆ ਹੈ, ਗਾਹਾਂ ਲੰਘਿਆ। ਤਾਂ ਕੁਝ ਸਮੇਂ ਬਾਅਦ ਉਹ ਭ੍ਰਿੰਗ ਰਿਸ਼ੀ ਦਾ ਚੇਲਾ ਸਿੰਘੀ ਉਹ ਜੰਗਲ ਵਿੱਚੋਂ ਬਾਲਣ ਵਗੈਰਾ ਲੈਣ ਗਿਆ ਸੀ, ਬਾਹਰ ਗਿਆ ਸੀ, ਵਾਪਸ ਆਇਆ। ਕੀ ਦੇਖਿਆ ਕਿ ਮੇਰੇ ਗੁਰੂ ਦੇ ਗਲ ਵਿੱਚ ਮਰਿਆ ਹੋਇਆ ਸੱਪ ਪਾਇਆ ਹੋਇਆ ਕਿਸੇ ਨੇ। ਮਨ ਵਿੱਚ ਬਹੁਤ ਕ੍ਰੋਧ ਆਇਆ, ਕਿਉਂਕਿ ਜੋ ਕ੍ਰੋਧ ਹੈ ਨਾ, ਇਹ ਵੀ ਇਨਸਾਨ ਦੀ ਮੱਤ ਮਾਰ ਦਿੰਦਾ ਹੈ। ਕ੍ਰੋਧ ਵਿੱਚ ਬੰਦਾ ਪਤਾ ਨਹੀਂ ਕੀ ਬੋਲ ਦਿੰਦਾ ਹੈ, ਬਾਅਦ ਵਿੱਚ ਪਛਤਾਉਂਦਾ ਹੈ ਕਿ ਪਤਾ ਨਹੀਂ ਮੈਂ ਕੀ ਗਲਤ ਬੋਲ ਗਿਆ। ਕ੍ਰੋਧ ਆਇਆ ਬਹੁਤ ਦੇਖ ਕੇ ਕਿ ਮੇਰੇ ਗੁਰੂ ਦੇ ਗਲ ਵਿੱਚ ਕਿਸੇ ਨੇ ਸੱਪ ਪਾ ਦਿੱਤਾ ਮਰਿਆ ਹੋਇਆ। ਸੋ ਕ੍ਰੋਧ ਦੇ ਵਿੱਚ ਸ਼ਰਾਪ ਦਿੱਤਾ ਕਿ ਜਿਹਨੇ ਵੀ ਇਹ ਸੱਪ ਪਾਇਆ ਹੈ ਉਹਦੀ 10 ਦਿਨ ਦੇ ਵਿੱਚ ਵਿੱਚ ਮੌਤ ਹੋ ਜਾਵੇਗੀ। ਉਹਨੂੰ ਇਹੀ ਮਰਿਆ ਹੈ, ਉਹਨੂੰ ਸੱਪੇ ਡੰਗੇਗਾ। ਸ਼ਰਾਪ ਦਿੱਤਾ। ਤਾਂ ਭ੍ਰਿੰਗ ਰਿਸ਼ੀ ਦੀ ਸਮਾਧੀ ਖੁੱਲੀ, ਦੇਖਿਆ ਗਲ ਵਿੱਚ ਸੱਪ ਹੈ। ਸੱਪ ਪੁੱਛਿਆ ਸਿੰਘੀ ਰਿਸ਼ੀ ਨੂੰ ਕਿ ਕਿਹਨੇ ਪਾਇਆ, ਤਾਂ ਸਾਰੀ ਵਿਵਸਥਾ ਦੱਸੀ ਕਿ ਪਤਾ ਨਹੀਂ ਜੀ, ਕੋਈ ਰਾਜਾ ਆਇਆ ਸੀ, ਉਹ ਤੁਹਾਡੇ ਗਲ ਵਿੱਚ ਮਰਿਆ ਸੱਪ ਪਾ ਗਿਆ। ਮੈਂ ਸ਼ਰਾਪ ਦੇ ਦਿੱਤਾ ਕਿ ਉਹ 10 ਦਿਨ ਬਾਅਦ ਉਸ ਨੂੰ ਸੱਪ ਡੰਗੇਗਾ ਅਤੇ ਉਸ ਦੀ ਮੌਤ ਹੋ ਜਾਵੇਗੀ। ਭ੍ਰਿੰਗ ਰਿਸ਼ੀ ਕਹਿਣ ਲੱਗਿਆ, ਉਹ ਤੂੰ ਤਾਂ ਇਹ ਬਹੁਤ ਗਲਤ ਕੀਤਾ ਹੈ। ਇਹ ਜਿਸ ਰਾਜੇ ਨੇ ਮੇਰੇ ਗਲ ਵਿੱਚ ਸੱਪ ਪਾਇਆ ਹੈ ਉਹ ਤਾਂ ਬਹੁਤ ਪਰਜਾ ਪਾਲਕ ਹੈ, ਪਰਜਾ ਦਾ ਦੁੱਖ ਸੁੱਖ ਸੁਣਨ ਵਾਲਾ ਹੈ, ਦੀਨ ਦੁਖੀਆਂ ਦੇ ਕੰਮ ਆਉਣ ਵਾਲਾ ਹੈ। ਤੂੰ ਇਹ ਗਲਤ ਕੀਤਾ, ਸ਼ਰਾਪ ਦਿੱਤਾ। ਤਾਂ ਸਿੰਘੀ ਰਿਸ਼ੀ ਕਹਿੰਦਾ ਕਿ ਮਹਾਰਾਜ ਹੁਣ ਤਾਂ ਸ਼ਰਾਪ ਦਿੱਤਾ, ਹੁਣ ਨਹੀਂ ਟਾਲ ਸਕਦਾ, ਹੁਣ ਕੀ ਕਰਾਂ? ਤਾਂ ਭ੍ਰਿੰਗ ਰਿਸ਼ੀ ਕਹਿੰਦਾ ਜਾ ਕੇ ਰਾਜੇ ਪਰੀਕਸ਼ਿਤ ਨੂੰ ਦੱਸ ਕਿ ਅੱਜ ਤੋਂ 10 ਦਿਨ ਬਾਅਦ ਤੇਰੀ ਮੌਤ ਹੋ ਜਾਣੀ ਹੈ। ਕਿਉਂਕਿ ਰਾਜੇ ਜਨਮੇਜੇ ਨੇ ਵੀ ਦੱਸਿਆ ਸੀ ਨਾ, ਬਿਆਸ ਰਿਸ਼ੀ ਨੇ ਰਾਜਾ ਜਨਮੇਜਾ ਦੇਹਮਤੀ ਬਰਦ ਬਿਆਸ ਪੜ੍ਹਾਇਆ ਕਿ ਤੇਰੀ ਮੌਤ ਇਸ ਤਰ੍ਹਾਂ ਹੋਣੀ ਹੈ, ਪਰ ਮੌਤ ਤੋਂ ਕੋਈ ਬਚ ਨਹੀਂ ਸਕਦਾ। ਸੋ ਰਹੋ ਵਿਚਾਰ। ਭ੍ਰਿੰਗੀ ਰਿਸ਼ੀ ਨੇ ਕਿਹਾ ਸਿੰਘੀ ਰਿਸ਼ੀ ਨੂੰ ਕੋਈ ਜਾ ਕੇ ਰਾਜੇ ਪਰੀਕਸ਼ਿਤ ਨੂੰ ਦੱਸ, ਤੇਰੀ 10 ਦਿਨਾਂ ਬਾਅਦ ਮੌਤ ਹੋਵੇਗੀ, ਮੌਤ ਵੀ ਤੈਨੂੰ ਸੱਪ ਦੱਸਣ ਨਾਲ ਹੋਵੇਗੀ, ਆਪਣਾ ਬਚਾਅ ਦਾ ਹੀਲਾ ਕਰ ਲਾ। ਫਿਰ ਰਾਜੇ ਪਰੀਕਸ਼ਿਤ ਨੇ ਆਪਣੇ ਬਚਣ ਲਈ ਸ਼ੀਸ਼ੇ ਦਾ ਮਹਿਲ ਬਣਾਇਆ। ਆਲੇ ਦੁਆਲੇ ਇੱਕ ਦੁੱਧ ਦੀ ਨਦੀ, ਇੱਕ ਪਾਣੀ ਦੀ ਨਦੀ, ਉੱਚੇ ਥਾਂ ਸਥਾਨ ਬਣਾਇਆ। ਜੈਸਾ ਗੁਰਬਾਣੀ ਦਾ ਫਰਮਾਨ ਹੈ, ਬਹੁਤ ਜਤਨ ਕਰਤਾ ਬਲਵੰਤਕਾਰੀ, ਸਿਵੰਤ ਸੂਰਾ ਚਤੁਰਦਸ਼ ਹੈ, ਬਿਕਮ ਥਾਨ ਬਸੰਤ ਉੱਚ ਹੈ, ਨਹਿ ਸਿਮਰੰਤ ਮਰਨ ਕੰਦਾਚ ਹੈ। ਕਹਿੰਦੇ ਉਹਨੇ ਉੱਚੇ ਥਾਂ ਮਹਿਲ ਬਣਾਇਆ ਜਿੱਥੇ ਉਹਦੇ ਮੌਤ ਦਾ ਕੋਈ ਡਰ ਵੀ ਨਹੀਂ ਸੀ, ਮੌਤ ਵੀ ਨਹੀਂ ਯਾਦ ਆਉਂਦੀ ਸੀ ਉਸ ਨੂੰ। ਬੜੇ ਯਤਨ ਕੀਤੇ ਉਸਨੇ ਮੌਤ ਤੋਂ ਬਚਣ ਵਾਸਤੇ। ਸੋ ਉਧਰ ਜਿਸ ਨੇ ਰਾਜੇ ਪਰੀਕਸ਼ਿਤ ਨੂੰ ਦੱਸਣਾ ਸੀ, ਮਾਰਨਾ ਸੀ, ਡੰਗ ਮਾਰਨਾ ਸੀ, ਤਰਸ ਕਨਾਕ ਚੱਲ ਪਿਆ, ਕਿਉਂਕਿ ਉਹਨੇ ਆਪਣੇ ਸਮੇਂ ਤੇ ਪਹੁੰਚਣਾ ਸੀ ਕਿ ਮੈਂ ਮਾਰਨਾ ਹੈ। ਉਧਰੋਂ ਧਨੰਤਰ ਵੈਦ ਜਿਹੜੇ ਵੈਦ ਹਨ, ਹਕੀਮ ਹਨ, ਉਹ ਜਾਣਦੇ ਹਨ ਤੇ ਧਨੰਤਰਵਾਦ ਕੌਣ ਸੀ, ਉਹਦੇ ਕੋਲ ਹਰ ਬਿਮਾਰੀ ਦਾ ਇਲਾਜ ਸੀ। ਉਧਰੋਂ ਧਨੰਤਰ ਵੈਦ ਚੱਲ ਪਿਆ ਰਾਜੇ ਪਰੀਕਸ਼ਿਤ ਨੂੰ ਬਚਾਉਣ ਵਾਸਤੇ, ਕਿਉਂਕਿ ਰਾਜੰਤਰ ਮਹਾਤਮਾ ਸੀ।
ਉਸ ਤਰ੍ਹਾਂ ਤਰਸਕਨਾਥ ਆ ਗਿਆ, ਉਧਰੋਂ ਧਨੰਤਰ ਵੈਦ ਆ ਰਿਹਾ, ਰਸਤੇ ਵਿੱਚ ਮੇਲ ਹੋਇਆ। ਪੁੱਛਿਆ ਤਰਸਕਨਾਥ ਨੇ ਕਿੱਥੇ ਚੱਲਿਆ, ਤਾਂ ਧਨੰਤਰ ਵੈਦ ਕਹਿੰਦਾ ਕਿ ਰਾਜੇ ਪ੍ਰੀਸਤ ਨੂੰ ਸੱਪ ਨੇ ਡੰਗਣਾ ਹੈ, ਤੋਂ ਇੰਨੇ ਦਿਨ ਬਾਅਦ ਮੈਂ ਉਹਦੀ ਜਾਨ ਬਚਾਉਣ ਵਾਸਤੇ ਚੱਲਿਆ ਹਾਂ। ਪੁੱਛਿਆ ਕਿ ਤੂੰ ਕਿੱਥੇ ਚੱਲੇ ਹਾਂ, ਤਾਂ ਤਰਸਕਨਾਥ ਕਹਿੰਦਾ ਕਿ ਮੈਂ ਰਾਜੇ ਨੂੰ ਡੰਗਣ ਚੱਲਿਆ ਹੈ, ਮੈਂ ਉਸ ਦੀ ਮੌਤ ਦਾ ਕਾਰਨ ਬਣਨਾ ਹੈ। ਕਿਉਂਕਿ ਅਸੀਂ ਆਖਦੇ ਨੇ ਹਾਂ ਕਿ ਜੀ ਉਹ ਮਰ ਗਿਆ, ਜੇ ਅਸੀਂ ਉਹਨੂੰ ਇਹ ਕਰ ਦਿੰਦੇ ਤਾਂ ਬਚ ਜਾਂਦਾ, ਅਸੀਂ ਉੱਥੋਂ ਦਵਾਈ ਦਵਾ ਲੈਂਦੇ ਤਾਂ ਬਚ ਜਾਂਦਾ, ਪਰ ਇਹ ਮੌਤ ਦਾ ਬਹਾਨਾ ਬਣਨਾ ਹੁੰਦਾ ਹੈ। ਕਿਉਂਕਿ ਜਿੱਥੇ ਇਹ ਜੀਵ ਨੇ ਮਰਨਾ ਹੈ, ਅੰਤ ਸਮਾਂ ਆਉਣਾ ਹੈ, ਉਹ ਜਗ੍ਹਾ ਚੱਲ ਕੇ ਨਹੀਂ ਆਉਂਦੀ, ਇਹ ਇਨਸਾਨ, ਇਹ ਜੀਵ ਆਪ ਉਸ ਜਗ੍ਹਾ 'ਤੇ ਚੱਲ ਕੇ ਜਾਂਦਾ ਹੈ। ਸੋ ਧਨੰਤਰ ਵੈਦ ਕਹਿਣ ਲੱਗਿਆ ਤਰਸਕਨਾਥ ਨੂੰ ਕਿ ਆਪਣੀ ਸ਼ਕਤੀ ਦਿਖਾ, ਤਾਂ ਤੇਰੇ 'ਚ ਕਿੰਨੀ ਸ਼ਕਤੀ ਹੈ। ਤਰਸ ਕਹਿੰਦਾ ਧਨੰਤਰ ਨੂੰ ਕਿ ਤੂੰ ਦਿਖਾ। ਚੱਲਦੇ ਚੱਲਦੇ ਬਹਿਸ ਕਰਦੇ ਕਰਦੇ ਅੱਗੇ ਗਏ, ਤਾਂ ਤਰਸਕਨਾਥ ਅੱਗੇ ਇੱਕ ਰਸਤੇ ਵਿੱਚ ਪਿੱਪਲ ਆਇਆ। ਧਨੰਤਰ ਵੈਦ ਕਹਿੰਦਾ ਤੂੰ ਪਿੱਪਲ 'ਤੇ ਆਪਣੀ ਕਰਾਮਾਤ ਦਿਖਾ ਤੇਰੇ 'ਚ ਕਿੰਨੀ ਸ਼ਕਤੀ ਹੈ। ਕਹਿੰਦੇ ਤਰਸਕਨਾਥ ਨੇ ਇੱਕ ਫਰਾਟਾ ਮਾਰਿਆ, ਉਹ ਪਿੱਪਲ ਸਵਾਹ ਕਰ ਦਿੱਤਾ, ਸਾਰਾ ਸਵਾਹ ਬਣਾ ਦਿੱਤਾ, ਇੰਨੀ ਜ਼ਹਿਰ ਇੰਨੀ ਅੱਗ ਸੀ ਉਹ 'ਚ। ਕਹਿੰਦੇ ਦੂਸਰਾ ਫਰਾਟਾ ਮਾਰਿਆ, ਉਹ ਸਵਾਹ ਵੀ ਉਡਾ ਦਿੱਤੀ। ਜੋ ਧਨੰਤਰ ਵੈਦ ਸੀ ਉਹਦੇ ਕਹਿੰਦੇ ਅੱਖਾਂ ਵਿੱਚ ਇੰਨਾ ਅੰਮ੍ਰਿਤ ਸੀ ਨਾ, ਕਹਿੰਦੇ ਜਦੋਂ ਉਹਨੇ ਪਿਆਰ ਨਾਲ ਤੱਕ ਕੇ ਉਸ ਵੱਲ ਦੇਖਿਆ, ਕਹਿੰਦੇ ਉਹ ਪਿੱਪਲ ਦੁਬਾਰਾ ਹਰਾ ਭਰਾ ਕਰ ਦਿੱਤਾ। ਇਤਿਹਾਸ ਵਿੱਚ ਲਿਖਿਆ ਹੋਇਆ ਹੈ। ਕਿਉਂਕਿ ਇੱਕ ਇਤਿਹਾਸ ਹੁੰਦਾ ਹੈ, ਇੱਕ ਸਾਖੀ ਹੁੰਦੀ ਹੈ, ਇੱਕ ਮਿਥਿਹਾਸ ਹੁੰਦਾ ਹੈ। ਸਾਖੀ ਉਹ ਹੁੰਦੀ ਹੈ ਜਿਸ ਦਾ ਕੋਈ ਗਵਾਹ ਹੋਵੇ, ਜਿਵੇਂ ਅਸੀਂ ਕਹਿੰਦੇ ਹਾਂ ਜਨਮ ਸ੍ਰੀ ਗੁਰੂ ਨਾਨਕ ਦੇਵ ਜੀ, ਸਾਖੀ ਬਾਲੇ ਬਾਲੀ। ਸਾਖੀ ਦਾ ਮਤਲਬ ਭਾਵ ਸਾਖੀ, ਗਵਾਹ ਹੋਣਾ, ਕਿਉਂਕਿ ਬਾਲਾ ਜੀ ਗੁਰੂ ਨਾਨਕ ਦੇਵ ਜੀ ਨਾਲ ਉਹ ਗਵਾਹ ਸੀ ਉਹਨਾਂ ਦੀ ਸਾਖੀ ਦੇ। ਸੋ ਰਹੋ ਵਿਚਾਰ, ਉਹ ਧਨੰਤਰ ਵੈਦ ਨੇ ਉਹ ਪਿੱਪਲ ਹਰਾ ਭਰਾ ਕਰ ਦਿੱਤਾ। ਤਰਸਕਨਾਥ ਕਹਿਣ ਲੱਗਿਆ ਕਿ ਮੈਂ ਤਾਂ ਉਹਨੂੰ ਡੰਗਣਾ ਹੈ, ਇਹਨੇ ਬਚਾਉਣਾ ਹੈ। ਕਿ ਜੀ ਧਨੰਤਰ ਜੀ ਤੁਹਾਡਾ ਰਸਤਾ ਹੋਰ ਹੈ, ਮੇਰਾ ਰਸਤਾ ਹੋਰ ਹੈ, ਤੁਸੀਂ ਬਚਾਉਣ ਵਾਲੇ ਹੋ, ਮੈਂ ਮਾਰਨ ਵਾਲਾ, ਸਾਡੇ ਰਸਤੇ ਅਲੱਗ ਅਲੱਗ ਨੇ। ਸੋ ਰਸਤਾ ਬਦਲਿਆ, ਧਨੰਤਰ ਵੈਦ ਆਪਣੇ ਰਸਤੇ ਗਿਆ, ਤਰਸਕਨਾਥ ਆਪਣੇ ਰਸਤੇ ਚਲਾ ਗਿਆ। ਤਰਸਕਨਾਥ ਨੇ ਚਲਾਕੀ ਨਾਲ ਰਸਤੇ ਦੇ ਵਿੱਚ ਜਿੱਧਰੋਂ ਧਨੰਤਰ ਵੈਦ ਲੰਘ ਰਿਹਾ ਸੀ, ਉਹਦੇ ਰਸਤੇ ਵਿੱਚ ਇੱਕ ਸੋਨੇ ਦੀ ਛੜੀ ਬਣ ਕੇ ਪੈ ਗਿਆ। ਕਿਉਂਕਿ ਉਹਨੂੰ ਪਤਾ ਸੀ ਕਿ ਅਗਰ ਧਨੰਤਰ ਵੈਦ ਉੱਥੇ ਪਹੁੰਚ ਗਿਆ ਰਾਜੇ ਪ੍ਰੀਸਤ ਕੋਲੇ, ਮੈਂ ਡੰਗ ਮਾਰਾਂ, ਉਹਦੀ ਮੌਤ ਦਾ ਕਾਰਨ ਬਣਨਾ ਹੈ, ਇਹਨੇ ਬਚਾ ਲੈਣਾ ਹੈ। ਸੋ ਸੋਨੇ ਦੀ ਛੜੀ ਬਣ ਕੇ ਰਸਤੇ ਵਿੱਚ ਪਿਆ ਹੈ। ਧਨੰਤਰ ਵੈਦ ਨੇ ਦੇਖਿਆ ਕਿ ਇਹਦਾ ਸੋਨੇ ਦੀ ਛੜੀ ਬਹੁਤ ਵਧੀ ਪਈ ਹੈ, ਚੱਕੀ ਹੱਥ ਵਿੱਚ ਲੈ ਕੇ ਤੁਰ ਪਿਆ। ਕੁਝ ਅੱਗੇ ਜਾ ਕੇ ਪਿੱਠ 'ਤੇ ਕੁਝ ਖਾਜ ਹੋਈ, ਪਿੱਛੇ ਖਾਜ ਕਰਨ ਲੱਗਾ ਛੜੀ ਨਾਲ, ਪਿੱਛੇ ਸੱਪ ਬਣ ਕੇ ਉਹਦੀ ਪਿੱਠ 'ਤੇ ਡੰਗ ਮਾਰ ਦਿੱਤਾ। ਕਿਉਂਕਿ ਜੋ ਅੰਮ੍ਰਿਤ ਸੀ ਨਾ, ਉਹ ਧਨੰਤਰ ਵੈਦ ਦੀ ਅੱਖਾਂ ਵਿੱਚ, ਉਹਦੀ ਦ੍ਰਿਸ਼ਟੀ 'ਚ ਸੀਗਾ। ਪਿੱਛੇ ਨਾ ਉਹਦਾ ਅੱਖਾਂ ਗਈਆਂ, ਨਾ ਹੱਥ ਗਿਆ। ਕਹਿੰਦੇ ਧਨੰਤਰ ਵੈਦ ਦੀ ਉੱਥੇ ਮੌਤ ਹੋਈ। ਫਿਰ ਤਰਸਕਨਾਥ ਆਪਣੀ ਮੰਜ਼ਿਲ ਵੱਲ ਰਾਜੇ ਪ੍ਰੀਸਤ ਦੀ ਮੌਤ ਦਾ ਕਾਰਨ ਬਣਨ ਵਾਸਤੇ ਅੱਗੇ ਚੱਲ ਪਿਆ। ਉਧਰ ਰਾਜੇ ਪ੍ਰੀਸਤ ਨੇ ਸੁਖਦੇਵ ਮੁਨੀ ਜੀ ਨੂੰ ਬੁਲਾਇਆ ਆਪਣੇ ਮਹਿਲਾਂ ਵਿੱਚ, ਗੀਤਾ ਦਾ ਪਾਠ ਕਰਵਾਇਆ। ਕਿਉਂਕਿ ਸਾਨੂੰ ਵੀ ਇਹੀ ਹੁੰਦਾ, ਜਾਂ ਬਿਪਤਾ ਪੈਂਦੀ ਹਨ ਫਿਰ ਅਰਦਾਸਾਂ ਕਰਦੇ ਹਾਂ ਬਾਬਾ ਜੀ ਨੂੰ, ਗੁਰਦੁਆਰੇ ਜਾ ਕੇ ਬਾਬਾ ਜੀ ਕਿਰਪਾ ਕਰੋ, ਸੁਖਮਨੀ ਸਾਹਿਬ ਦਾ ਪਾਠ ਕਰ ਦਿਓ, ਸਹਿਜ ਪਾਠ ਕਰ ਦਿਓ, ਸਾਡੇ ਦੁੱਖ ਦੂਰ ਹੋ ਜਾਣ। ਪਰ ਸਾਧ ਸੰਗਤ ਜੀ, ਅਸੀਂ ਜੇ ਪਹਿਲਾਂ ਹੀ ਨਿਤਨੇਮ ਕਰੀਏ, ਬਾਣੀ ਪੜ੍ਹੀਏ, ਸਿਮਰਨ ਕਰੀਏ, ਤਾਂ ਜੋ ਆਉਣ ਵਾਲਾ ਮਾੜਾ ਸਮਾਂ ਉਸ ਤੋਂ ਬਚਿਆ ਜਾ ਸਕਦਾ ਹੈ। ਹੁਣ ਕਈ ਆਖ ਦਿੰਦੇ ਹਨ ਜੀ ਨਿਤਨੇਮ ਕਰੋ, ਬਾਣੀ ਪੜ੍ਹੋ, ਤੁਹਾਡੇ ਤੋਂ ਦੁੱਖ ਨਹੀਂ ਆਵੇਗਾ। ਸਾਧ ਸੰਗਤ ਜੀ, ਇਹ ਨਹੀਂ ਹੁੰਦਾ ਕਿ ਅਸੀਂ ਨਿਤਨੇਮ ਕਰਾਂਗੇ, ਬਾਣੀ ਪੜ੍ਹਾਂਗੇ, ਸਿਮਰਨ ਕਰਾਂਗੇ, ਸੇਵਾ ਕਰਾਂਗੇ, ਦੁੱਖ ਨਹੀਂ ਆਉਣਗੇ। ਦੁੱਖ ਆਉਣਗੇ, ਪਰ ਸਾਡੇ 'ਚ ਦੁੱਖ ਸਹਿਣ ਦੀ ਸ਼ਕਤੀ ਆ ਜਾਂਦੀ ਹੈ। ਕਿਉਂਕਿ ਫਿਰ ਜੋ ਨਾਮ ਜਪਦੇ ਹਨ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁਖ ਸਨੇਹ ਔਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੇ। ਕਹਿੰਦੇ ਅਸਲੀ ਨਰ ਉਹ ਆ ਜਿਹੜੇ ਦੁੱਖ ਨੂੰ ਦੁੱਖ ਨਹੀਂ ਮੰਨਦੇ, ਖੁਸ਼ੀ ਵਿੱਚ ਵੀ ਜ਼ਿਆਦਾ ਖੁਸ਼ ਨਹੀਂ ਹੁੰਦੇ।
ਸੋ ਸੁਖਦੇਵ ਮੁਨੀ ਜੀ ਨੇ ਰਾਜੇ ਪ੍ਰੀਸ਼ਦ ਦੇ ਮਹਿਲਾਂ ਜਾ ਕੇ ਗੀਤਾ ਦਾ ਪਾਠ ਕੀਤਾ। ਜੋ ਦਿਨ ਦਿੱਤਾ ਹੋਇਆ ਸੀ ਅੱਜ ਮੌਤ ਹੋਣੀ ਹੈ, ਉਹ ਦਿਨ ਆਇਆ। ਗੀਤਾ ਦਾ ਪਾਠ ਸੰਪੂਰਨ ਹੋਇਆ। 12 ਫੁੱਲ ਮੰਗਾਏ ਗਏ, ਕਿਉਂਕਿ ਸੰਪੂਰਨਤਾ ਤਾਂ ਹੀ ਹੋਈ ਗੀਤਾ ਦੇ ਪਾਠ ਦੀ। ਰਾਜੇ ਪ੍ਰੀਸ਼ਦ ਨੇ ਨਮਸਕਾਰ ਕਰਨੀ ਸੀ, ਮੱਥਾ ਟੇਕਣਾ ਸੀ। ਕਹਿੰਦਾ 12 ਫੁੱਲ ਲੈ ਕੇ ਉਹ ਫੁੱਲ ਲਿਆਂਦੇ। ਕਹਿੰਦੇ ਉਹ ਫੁੱਲ ਲਿਆ ਕੇ ਰਾਜੇ ਪ੍ਰੀਸ਼ਦ ਦਿੱਤੇ। ਰਾਜੇ ਪ੍ਰੀਸ਼ਦ ਨੇ ਜਿਸ ਵਕਤ ਉਹ ਫੁੱਲ ਹੱਥ ਵਿੱਚ ਲੈ ਕੇ ਹੱਥਾਂ 'ਤੇ ਰੱਖ ਕੇ ਮੱਥੇ ਨੂੰ ਲਾਏ ਨਮਸਕਾਰ ਕਰਨ ਲਈ, ਕਹਿੰਦੇ ਤਰਸਕ ਨਾਗ ਨੇ ਸੱਪ ਬਣ ਕੇ ਉਹ ਫੁੱਲਾਂ ਵਿੱਚ ਬੈਠਾ ਸੀ, ਉਹਦੇ ਮੱਥੇ ਵਿੱਚ ਡੰਗ ਮਾਰਿਆ। ਉੱਥੇ ਉਹ ਮਿੱਟੀ ਢੇਰੀ ਹੋ ਗਿਆ। ਸੋ ਇਸ ਕਰਕੇ ਆਖਦੇ ਹਨ ਕਿ ਬਹੁਤ ਯਤਨ ਕਰਦਾ ਇਹ ਜੀਵ ਬਚਣ ਤੋਂ, ਪਰ ਜਦੋਂ ਉਹ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਆ ਗਿਆ, ਸਾਡੀ ਸਵਾਸਾਂ ਰੂਪੀ ਪੂੰਜੀ ਖਤਮ ਹੋ ਗਈ, ਸਾਡਾ ਦਾਣਾ ਪਾਣੀ ਖਤਮ ਹੋ ਗਿਆ, ਫਿਰ ਸਾਨੂੰ ਕੋਈ ਨਹੀਂ ਰੱਖ ਸਕਦਾ, ਭਾਵੇਂ ਜਿੰਨੇ ਮਰਜ਼ੀ ਯਤਨ ਕਰ ਲਈਏ। ਤੈਨੂੰ ਮੌਤ ਨੇ ਰਹਿਣ ਨਹੀਂ ਦੇਣਾ, ਲੈ ਜੋ ਦਰਵਾਜੇ ਭੰਨ ਕੇ, ਤੈਨੂੰ ਮੌਤ ਨੇ ਰਹਿਣ ਨਹੀਂ ਦੇਣਾ, ਲੈ ਜੋ ਦਰਵਾਜੇ ਭੰਨ ਕੇ, ਤੈਨੂੰ ਮੌਤ ਨੇ ਰਹਿਣ ਨਹੀਂ ਦੇਣਾ, ਲੈ ਜੋ ਦਰਵਾਜੇ ਭੰਨ ਕੇ, ਤੈਨੂੰ ਮੌਤ ਨੇ ਰਹਿਣ ਨਹੀਂ ਦੇਣਾ, ਉਹ ਲੈ ਜੋ ਦਰਵਾਜੇ ਭੰਨ ਕੇ, ਤੈਨੂੰ ਮੌਤ ਨੇ ਰਹਿਣ ਨਹੀਂ ਦੇਣਾ, ਲੈ ਜੂ ਦਰਵਾਜੇ ਭੰਨ ਕੇ, ਤੈਨੂੰ ਮੌਤ ਨੇ ਰਹਿਣ ਨਹੀਂ ਦੇਣਾ, ਲੈ ਜੂ ਦਰਵਾਜੇ ਭੰਨ ਕੇ। ਭਾਵੇਂ ਜੀਵ ਜਿਤਨੇ ਮਰਜ਼ੀ ਯਤਨ ਕਰ ਲਵੇ, ਜਿਸ ਵਕਤ ਸਵਾਸਾਂ ਰੂਪੀ ਪੂੰਜੀ ਹੋ ਗਈ ਪੂਰੀ, ਫਿਰ ਇਸ ਨੂੰ ਕੋਈ ਨਹੀਂ ਰੱਖ ਸਕਦਾ। ਕਿਉਂਕਿ ਆਪ ਇਤਿਹਾਸ ਜਾਣਦੇ ਹੋ ਕਿ ਰਾਵਣ ਨੇ ਕਾਲ ਪਾਵੇ ਨਾਲ ਬੰਨਿਆ ਹੋਇਆ ਸੀ। 1 ਲੱਖ ਪੋਤ 1.25 ਲੱਖ ਨਾਤੀ, ਤੇਹ ਰਾਵਣ ਘਰ ਦੀਆ ਨਾ ਬਾਤੀ। ਕਹਿੰਦੇ ਜਿਹਦੇ ਇੰਨਾ ਵੱਡਾ ਪਰਿਵਾਰ ਸੀ, ਪਰ ਅਖੀਰ ਕੀ ਹੋਇਆ, ਲੰਕਾ ਗੜ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ। ਇੱਥੇ 2 ਅਰਥ ਕਰਦੇ ਹਨ ਵਿਦਵਾਨ। ਮੂਰਖ ਰਾਵਣ ਕਿਆ ਲੈ ਗਿਆ, ਇੱਕ ਤਾਂ ਕਹਿੰਦੇ ਕਿ ਮੂਰਖ ਰਾਵਣ ਨੂੰ ਕਿਹਾ ਕਿ ਉਹ ਨਾਲ ਕੀ ਲੈ ਗਿਆ, ਸੋਨੇ ਦਾ ਗੜ੍ਹ ਸੀ ਉਹਦਾ ਸਾਰੀ ਲੰਕਾ। ਦੂਸਰਾ ਵਿਦਵਾਨ ਆਖਦੇ ਹਨ ਕਿ ਲੰਕਾ ਗੜ੍ਹ ਸੋਨੇ ਕਾ ਭਇਆ, ਮੂਰਖ ਸਾਨੂੰ ਆਖਦੇ ਕਿ ਉਹ ਮੂਰਖਾ ਰਾਵਣ ਕੀ ਨਾਲ ਲੈ ਗਿਆ, ਤੂੰ ਕੀ ਲੈ ਕੇ ਜਾਏਗਾ। ਇਹ ਜੀਵ ਖਾਲੀ ਹੱਥ ਆਇਆ ਸੀ। ਤੁਸੀਂ ਵਿਚਾਰ ਕੇ ਦੇਖਿਓ, ਬੱਚਾ ਪੈਦਾ ਹੁੰਦਾ ਉਹਨੂੰ ਕੱਪੜੇ ਪਵਾਉਂਦੇ ਹਾਂ ਜੋ, ਉਹਦੇ ਨਾ ਜੀਭ ਹੁੰਦਾ ਨਾ ਗੀਜਾ ਹੁੰਦਾ ਹੈ, ਖਾਲੀ ਆਇਆ। ਜਦ ਬੰਦਾ ਇਸ ਸੰਸਾਰ ਤੋਂ ਜਾਂਦਾ ਹੈ, ਅਸੀਂ ਕਫਨ ਸਿਉਂਦੇ ਹਾਂ, ਉਹਨੂੰ ਵੀ ਕੋਈ ਜੀਭ ਗੀਜਾ ਨਹੀਂ ਹੁੰਦਾ। ਖਾਲੀ ਹੱਥ ਆਇਆ ਸੀ, ਖਾਲੀ ਹੱਥ ਜਾਣਾ। ਅਸੀਂ ਕਰਦੇ ਕੀ ਹਾਂ, ਸਾਰਾ ਜੀਵਨ ਮਾਇਆ ਪਿੱਛੇ ਭੱਜੇ ਰਹਿੰਦੇ ਹਾਂ। ਇਹ ਨਹੀਂ ਹੈ ਕਿ ਕੰਮ ਕਾਰ ਨਹੀਂ ਕਰਨਾ, ਆਪਣੇ ਬੱਚੇ ਪਾਲਣੇ, ਪਰਿਵਾਰ ਪਾਲਣਾ ਹੈ। ਜੋ ਸਾਡੀ ਲੋੜ ਹੈ ਉਹ ਅਕਾਲ ਪੁਰਖ ਵਾਹਿਗੁਰੂ ਨੇ ਪੂਰੀ ਕਰ ਦੇਣੀ ਹੈ। ਜੋ ਸਾਡਾ ਲੋਭ ਹੈ ਉਹ ਕਦੇ ਨਹੀਂ ਪੂਰਾ ਹੋਣਾ। ਸੋ ਇਸ ਕਰਕੇ ਜਿਤਨਾ ਵੀ ਸਮਾਂ ਹੁੰਦਾ ਹੈ, ਆਪ ਜੀ ਸਮੇਂ 'ਚੋਂ ਸਮਾਂ ਕੱਢ ਕੇ ਸਤਿਗੁਰਾਂ ਦੀ ਪਵਨ ਹਜ਼ੂਰੀ ਵਿੱਚ ਪਹੁੰਚਿਆ ਕਰੋ। ਨਿਤਨੇਮ, ਬਾਣੀ, ਪਾਠ, ਪੂਜਾ ਜਿਤਨਾ ਵੀ ਹੁੰਦਾ ਹੈ ਕਰਿਆ ਕਰੋ, ਕਿਉਂਕਿ ਜਿਸ ਵਕਤ ਉਹ ਅਕਾਲ ਪੁਰਖ ਵਾਹਿਗੁਰੂ ਦਿਨ ਕੀ ਦਰਗਾਹ ਚੇਰੀ ਪਾਟੀ, ਜਿਨ੍ਹਾਂ ਦੀ ਚਿੱਠੀ ਦਰਗਾਹ ਦੇ ਵਿੱਚੋਂ ਆ ਗਈ, ਫਿਰ ਇਸ ਸੰਸਾਰ 'ਤੇ ਉਹਨੂੰ ਕੋਈ ਨਹੀਂ ਰੱਖ ਸਕਦਾ। ਏਕ ਘਰੀ ਰਾਖੇ ਨਹੀਂ ਕੋ, ਟੇਰਤ ਪ੍ਰੇਤ ਪੁਕਾਰ। ਕਹਿੰਦੇ ਇਹ ਤਾਂ ਮਰ ਗਿਆ ਜੀ, ਉਹਨੂੰ ਛੇਤੀ ਚੱਕ ਲਓ। ਘਰ ਕੀ ਨਾਰ ਬਹੁਤ ਹਿਤ ਸਾਥੋਂ,
सदा रहत संग लागे, जब ही हंस तजी यह काया, प्रेत प्रेत कर भागी, यह बिद को व्यवहार बने हो, जहाँ सोने हो लगायो, अंत बार नानक बेरी हार जी को काम ना आयो। अंत नूं कहंदे किसे ने कम नहीं आउणा। जिहड़े धीआं पुत्रां वास्ते, जिहड़े परिवार वास्ते इस जीव सारा जीवन भज्या फिरदा है, किसी ने नाल नहीं जाना। सो अब समा काफ़ी हो चुकिया है। सो सतगुरु किरपा करन, सरदार रजिंदरपाल सिंह जी उन्होंने अपने चरना कमलों पास निवास बख्शण। आवागौना तो चक्कर ਦਾ ਬਚਾਉਣ ਪਿੱਛੋਂ ਪਰਿਵਾਰ ਨੂੰ ਭਾਣਾ ਮਨ ਦਾ ਬਲ ਬਖਸ਼ਣ। ਪਰਿਵਾਰ ਵਿੱਚ ਸੁੱਖ ਸ਼ਾਂਤੀ ਵਰਤਾਉਣ। ਬੋਲਦਿਆਂ ਕੋਲੋਂ ਇੱਕ ਨਹੀਂ ਬੇਅੰਤ ਗਲਤੀਆਂ ਭੁੱਲਾਂ ਹੋ ਜਾਂਦੀਆਂ ਹਨ। ਸੰਗਤ ਬਖਸ਼ਣਯੋਗ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਖਸ਼ਣਯੋਗ ਹਨ। ਹੋਈਆਂ ਬੇਅੰਤ ਗਲਤੀਆਂ ਭੁੱਲਾਂ ਦੀ ਮੁਆਫੀ ਬਖਸ਼ ਕਰਨੀ। ਸੋ ਆਓ ਇੱਕ ਧਾਰਨਾ ਪੜ੍ਹ ਕੇ ਸਮਾਪਤੀ ਕਰਦੇ ਹਾਂ। ਜਿਹੜੇ ਸੰਗਤਾਂ ਹਾਲੇ ਤੱਕ ਬਾਹਰ ਬੈਠੀਆਂ ਹਨ ਉਹਨਾਂ ਨੂੰ ਬੇਨਤੀ ਹੈ ਕਿ ਹੁਣ ਸ੍ਰੀ ਆਨੰਦ ਸਾਹਿਬ ਦਾ ਜਾਪ ਹੋਵੇਗਾ। ਸਮੂਹ ਸੰਗਤਾਂ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਪਹੁੰਚੋ। ਸ੍ਰੀ ਆਨੰਦ ਸਾਹਿਬ ਦੇ 6 ਪੌੜੀਆਂ ਦੇ ਜਾਪਾਂ ਵਿੱਚ ਬੋਲਣ ਦੀ ਕਿਰਪਾਲਤਾ ਕਰੋ। इथे बैठना किसे ने रहना, बारी आई तुर जावना। इथे बैठना किसे ने रहना, मारी आए तुर जावना। इथे बैठना किसे ने रहना, बारी आई तुर जावना। इथे बैठना किसे ने रहना, बारी आई तुर जावना। बैठना वारी आई इथे, जावना। बारी आई जी तुर जावना, बारी आई जी तुर जावना। वारी आई जी तुर जावना, वारी आई जी तुर जावना। तुर जावना, मारी आई जी तुर जावना, मारी आई जी तुर जावना। वारी आई जी तुर जावना, वारी आई जी तुर जावना। इत बैठना किसे ने रहना, मारी आई तुर जावना। बैठना किसे ने रहना, मारी आई तुर जावना। इथे बैठना किसे ने रहना, ओ बारी आई तुर जावना। इथे बैठना किसे ने रहना, बारी आई तुर जावना। इथे बैठना किसे ने, ओ बारी आई।
ਰੌਣਾ ਰੌਣ ਕੋ ਰਹਿ ਰੰਗਨ ਤੁੰਗ ਫਕੀਰ ਬਾਰੀ ਆਪੋ ਆਪਣੀ ਕੋਈ ਨਾ ਬੰਦਾ ਤੇਰ ਪਰੇ ਦਾ ਖਿੰਤੜ ਮੇਖਾਂ ਅਗਲੀਆਂ ਜਿੰਦ ਨ ਕਾਈ ਮੇਖ ਬਾਰੀ ਆਪੋ ਆਪਣੇ ਚਲੇ ਮਸਾਇਕ ਸੇਖ ਸਰਫ ਸਰਫ ਸਦਾ ਸਦਾ ਏਵੇ ਗਈ ਬਹਾਏ ਨਾਨਕ ਕਿਸਨੋ ਆਖੇ ਬਿਨ ਪੁੱਛਿਆ ਹੀ ਲੈ ਜਾਏ ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ ਮੁਖ ਉਜਲੇ ਸਦਾ ਸੁਖੀ ਨਾਨਕ ਸਿਮਰਤ ਏਕ ਰਾਮ ਕਲੀ ਮਹਲਾ ਤੀਜਾ ਆਨੰਦ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਮਨ ਬਚੀਆਂ ਬਾਧਾਇਆਂ ਰਾਗ ਰਤਨ ਪਰਵਾਰ ਭਰੀਆਂ ਸਬਦ ਗਾਵਣ ਆਇਆ ਸਭ ਸਭ ਦੋਤਾ ਗਾਵੋ ਹਰੀ ਕੇਰਾ ਮਨ ਜਿਨੀ ਬਸਾਇਆ ਨਾਨਕ ਆਨੰਦ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰੋ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗਲਾ ਅਮਰਤ ਸੁਆਮੀ ਸੁਖ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬ ਕਾ ਨਹੀਂ ਕਰਤੇ ਰਹਿ ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਵਤ ਸਲਾ ਤੇਰੀ ਨਾਮ ਮਨ ਬਸਾਵੇ ਨਾਮ ਜਿਨ ਕੈ ਮਨ ਵਸਿਆ ਵਾਚੇ ਸ਼ਬਦ ਕਨੇਰੇ ਨਾਨਕ ਸੱਚੇ ਸਾਹਿਬ ਕਾ ਨਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚੇ ਨਾਮ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਈਆਂ ਕਰ ਸਾਧ ਸੁਖਵਨ ਆਏ ਵਸਿਆ ਜਨ ਇੱਛਾ ਸਭ ਪੁਜਾਇਆ ਸਦਾ ਕੁਰਬਾਨ ਕੀਤਾ ਗੁਰ ਬੇਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਕਰਸ ਪਾਸ ਕਲਾ ਜਿਤ ਕਰ ਤਾਰਿਆ ਪੰਜ ਦੋਧ ਤੁਧ ਵਸ ਕੀਤੇ ਕਾਲ ਕੰਠ ਕੁਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈ ਸੁਖੋ ਚਿਤ ਕਰ ਅਨੰਦ ਵਾਜੇ ਆਨੰਦ ਸੁਣੋ ਵਡ ਭਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੋਰੇ ਦੁਖ ਰੋਗ ਸੰਤਾਪ ਉਤਰੇ ਸੋਹਣੀ ਸੱਚੀ ਸੰਤ ਸਾਜਨ ਪੈ ਸਰ ਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰ ਧਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਾਦ ਤੋਰੇ ਸੁਣ ਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰ ਧਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੋਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਤਾ ਤਰਤ ਮਹਤ ਦਿਵਸ ਰਾਤ ਦੋਇ ਦਾਈ ਦਾਇਆ ਚੰਗਿਆਈਆਂ ਬੁਰਿਆਈਆਂ ਬਾਚਾ ਕਰਮੀ ਆਪੋ ਆਪਣੀ ਕੇ ਨੇੜੇ ਜਿਨੇ ਨਾਮ ਤੇ ਆਇਆ ਗਏ ਮਜ਼ਾਕਤ
ਨਾਨਕ ਤੇ ਮੁਖ ਉਜਲੇ ਜਿਨੇ ਨਾਮ ਤੇ ਆਇਆ ਗਏ ਮਸਕਤ ਨਾਨਕ ਤੇ ਮੁਖ ਉਜਲੇ ਕਿਤੇ ਛੋਟੇ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈਰ